ਸੁਖਬੀਰ ਬਾਦਲ ਉੱਥੇ ਕਰ ਰਹੇ ਨੇ ਸਭ ਪਟਿਆਲੇ ਜੋ ਚ ਕੀਤਾ ਹੈ। ਮੈਂ ਬੜੇ ਗੰਭੀਰਤਾ ਨਾਲ ਕਹਿ ਰਿਹਾ ਕਿ ਐਡਾ ਹੀ ਵੱਡਾ ਸਵਾਂਗ ਹੈ ਜਿੱਡਾ ਉਹਨੇ ਡੇਰੇ ਮੁਖੀ ਨੇ ਸਲਾਬਤਪੁਰੇ ਕੀਤਾ ਸੀ। ਹੈ ਨਹੀਂ ਸਭ ਸਿੱਖੀ ਸਰੂਪ ਮੈਂ ਇਸ ਕਰਕੇ ਖੁੱਲ੍ਹ ਕੇ ਬੋਲ ਨਹੀਂ ਸਕਦਾ, ਨਹੀਂ ਤਾਂ ਮੈਂ ਅੱਜ ਪਟਿਆਲੇ ਗਿਆ ਹੁੰਦਾ। ਕਿ ਸੁਨੀਲ ਜਾਖੜ ਸ਼ਕੁਨੀ ਨੇ ਤਿੰਨ ਧਿਰਾਂ ਦੇ ਵਿੱਚ ਇਸ ਸਮੇਂ ਸਰਕਾਰ ਵੀ ਘਿਰੀ ਹੋਈ ਹੈ ਔਰ ਪਾਰਟੀ ਪੱਧਰ ਤੇ ਵੀ ਸਵਾਲ ਹੈਗੇ ਨੇ। ਕਾਊਂਟਰ ਪਲਾਨ ਕੀ ਹੈਗਾ? ਪ੍ਰਧਾਨ ਦੇ ਤੌਰ ਦੇ ਉੱਤੇ ਆਪਣੇ ਐਮਐਲਏਜ਼ ਨਾਲ ਗੱਲ ਕੀਤੀ ਹੈ ਕਿ ਆਖਿਰ ਕਿਸ ਤਰ੍ਹਾਂ ਉਹਨਾਂ ਦਾ ਨਾਮ ਆ ਰਿਹਾ। ਨਾ ਕਿਸੇ ਨੂੰ ਮੈਂ ਝੂਠਾ ਇਲਜ਼ਾਮ ਕਿਸੇ ਤੇ ਲਾਉਂਦਾ, ਨਾ ਮੈਂ ਕਿਸੇ ਨੂੰ ਕਲੀਨ ਚਿੱਟ ਦਿੰਦਾ। ਇਹ ਕਾਂਗਰਸ ਦੇ ਇਤਿਹਾਸ ਨਾਲ ਜੁੜੀਆਂ ਹੋਈਆਂ ਚੀਜ਼ਾਂ ਹੈਗੀਆਂ ਨੇ। ਕਾਂਗਰਸ ਸੱਤਾ 'ਚ ਹੋਵੇ ਵਿਰੋਧ 'ਚ ਹੋਵੇ, ਉਹਦੀਆਂ ਲੌਬੀਜ਼ ਖੜੀਆਂ ਰਹਿੰਦੀਆਂ। ਮੈਂ ਜਿੱਥੇ ਖੜਾ ਉੱਥੇ ਖੜਾ। ਨਮਸਕਾਰ, ਦੈਨਿਕ ਸਵੇਰਾ ਟੀਵੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਾਂ ਪਮਿਲ ਪਾਟਿਆ। ਪੰਜਾਬ ਸਰਕਾਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਇਹਨਾਂ ਦਿਨਾਂ ਦੇ ਵਿੱਚ ਕਈ ਸਾਰੇ ਸਵਾਲਾਂ ਦੇ ਵਿੱਚ ਘਿਰੀ ਹੋਈ ਹੈ। ਇੱਕ ਪਾਸੇ ਸ਼ਰਾਬ ਕਾਂਡ ਦੇ ਪੀੜਿਤ ਪਰਿਵਾਰ ਨੇ ਜਿਹੜੇ ਦਾਅਵਾ ਕਰ ਰਹੇ ਨੇ ਕਿ ਜ਼ਹਿਰੀਲੀ ਸ਼ਰਾਬ ਦੇ ਕਾਰੋਬਾਰ ਦੇ ਵਿੱਚ ਪੁਲਿਸ ਅਤੇ ਕੁਝ ਲੋਕਲ ਸਿਆਸਤਦਾਨ ਮੌਜੂਦ ਨੇ, ਉਹਨਾਂ ਦੀ ਮਿਲੀਭੁਗਤ ਦੇ ਨਾਲ ਇਹ ਸਾਰਾ ਕਾਰੋਬਾਰ ਚੱਲ ਰਿਹਾ ਹੈ। ਦੂਜੇ ਪਾਸੇ ਵਿਰੋਧੀ ਧਿਰਾਂ ਨੇ ਜਿਹੜੀਆਂ ਕਹਿ ਰਹੀਆਂ ਨੇ ਕਿ ਸਿਆਸੀ ਧਿਰ ਦੇ ਐਮਐਲਏਜ਼ ਜਾਂ ਕੁਝ ਹੋਰ ਲੀਡਰ ਇਸ ਦੇ ਵਿੱਚ ਇਨਵੋਲਵ ਨੇ, ਉਹਨਾਂ ਦੇ ਆਸ਼ੀਰਵਾਦ ਦੇ ਨਾਲ ਸਾਰਾ ਕੰਮ ਚੱਲ ਰਿਹਾ ਹੈ। ਤੀਸਰੇ ਪਾਸੇ ਪੰਜਾਬ ਕਾਂਗਰਸ ਦੇ ਵੱਡੇ ਦਿੱਗਜ ਨੇਤਾ ਨੇ ਜਿਨ੍ਹਾਂ ਨੂੰ ਸਰਕਾਰ ਵੱਲੋਂ ਕਰਵਾਈ ਜਾ ਰਹੀ ਜਾਂਚ ਤੇ ਹੀ ਭਰੋਸਾ ਨਹੀਂ ਹੈਗਾ। ਹਾਲਾਂਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਉਹਨਾਂ ਨੇ ਪਿਛਲੇ ਦਿਨਾਂ ਦੇ ਦੌਰਾਨ ਵੱਡੇ ਐਲੀਗੇਸ਼ਨ ਲਾਏ ਸੀਗੇ ਸ਼ਮਸ਼ੇਰ ਸਿੰਘ ਦੁੱਲੋ ਤੇ ਪ੍ਰਤਾਪ ਸਿੰਘ ਬਾਜਵਾ ਦੇ, ਜਿਸ ਦਾ ਪਲਟਵਾਰ ਵੀ ਫੌਰੀ ਤੌਰ ਤੇ ਦੋਵਾਂ ਨੇਤਾਵਾਂ ਨੇ ਕੀਤਾ। ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੀੜਿਤ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਹੈ ਕਿ ਕੁਝ ਨਿਕਲ ਕੇ ਆਇਆ ਇਸ ਸਾਰੇ ਘਟਨਾਕ੍ਰਮ ਦੇ ਵਿੱਚੋਂ, ਔਰ ਗਾਂ ਜਿਹੜੀ ਪਾਰਟੀ ਹਾਈਕਮਾਂਡ ਨੂੰ ਸ਼ਿਕਾਇਤ ਕੀਤੀ ਗਈ ਹੈ ਉਸ ਨੂੰ ਪਾਰਟੀ ਹਾਈਕਮਾਂਡ ਕਿਸ ਤਰ੍ਹਾਂ ਦੇ ਨਾਲ ਲੈ ਰਿਹਾ, ਕਿਉਂਕਿ ਪ੍ਰਤਾਪ ਸਿੰਘ ਬਾਜਵਾ ਨੇ ਦੁਬਾਰਾ ਚੈਲੰਜ ਕੀਤਾ ਹੈ ਕਿ ਗਾਂਧੀ ਦਰਬਾਰ ਦੇ ਵਿੱਚ ਉਹਨਾਂ ਦੀ ਅਜੇ ਵੀ ਸਥਿਤੀ ਬਿਲਕੁਲ ਪੋਜ਼ਿਟਿਵ ਹੈਗੀ ਹੈ। ਇਸ ਬਾਰੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਖਾਸ ਮਹਿਮਾਨ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ। ਜਾਖੜ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਭਾਟੀਆ ਜੀ, ਮੌਕਾ ਦਿੱਤਾ ਤੁਹਾਡੇ ਰਾਹੀਂ ਸਾਰਿਆਂ ਨਾਲ ਗੱਲਬਾਤ ਕਰਨ ਦਾ। ਜਾਖੜ ਸਾਹਿਬ, ਸਭ ਤੋਂ ਪਹਿਲਾਂ ਜਿਸ ਤਰ੍ਹਾਂ ਮੈਂ ਦੱਸਿਆ ਵੀ ਤਿੰਨ ਧਿਰਾਂ ਦੇ ਵਿੱਚ ਇਸ ਸਮੇਂ ਸਰਕਾਰ ਵੀ ਘਿਰੀ ਹੋਈ ਹੈ ਔਰ ਪਾਰਟੀ ਦੇ ਉੱਤੇ ਵੀ, ਪਾਰਟੀ ਪੱਧਰ ਤੇ ਵੀ ਸਵਾਲ ਹੈਗੇ ਨੇ। ਕਾਊਂਟਰ ਪਲਾਨ ਕੀ ਹੈਗਾ? ਇਸ ਤਰ੍ਹਾਂ ਨਜ਼ਰ ਆ ਰਿਹਾ ਹੈ ਕਿ ਬੇਵਸ ਹੋ ਗਈ ਹੈ ਕਾਂਗਰਸ ਕਹੀਏ ਜਾਂ ਕਾਂਗਰਸ ਸਰਕਾਰ ਕਹੀਏ, ਦੋਨੋਂ ਸ਼ਬਦਾਂ ਦੇ ਵਿੱਚ ਕਾਊਂਟਰ ਪਲਾਨ ਕੁਝ ਨਜ਼ਰ ਨਹੀਂ ਆ ਰਿਹਾ। ਨਹੀਂ, ਮੈਂ ਨਹੀਂ ਸਮਝਦਾ ਵੀ ਕਾਂਗਰਸ ਕਿਤੇ ਕਾਰਨਰ ਹੋ ਗਈ ਹੈ। ਕਾਂਗਰਸ 'ਚ ਕਿਸੇ ਕਿਸਮ ਦੀ ਕਮਜ਼ੋਰੀ ਹੈ। ਕਾਂਗਰਸ ਦੀ ਕਮਜ਼ੋਰੀ ਇੰਨੀ ਹੈ ਵੀ ਜਿਹੜੇ ਸਾਡੇ ਅੰਦਰ ਭੀਤਰਘਾਤੀ, ਜਿਵੇਂ ਕਿਹਾ ਵੀ ਹੁਣੇ ਨਾ ਜਦੋਂ ਰਾਮ ਮੰਦਿਰ ਦਾ ਮਾਹੌਲ ਹੈ ਤੇ ਵਿਭੀਸ਼ਣ ਦਾ ਨਾਮ ਸਾਹਮਣੇ ਜ਼ਰੂਰ ਆ ਜਾਂਦਾ ਜਦੋਂ ਰਮਾਇਣ ਵਾਲੇ ਆਪਾਂ ਸਾਰੇ ਉਸ ਦੇਖਦੇ ਹਾਂ ਤੇ ਉਹਦੇ 'ਚ ਬਹੁਤ ਵੱਡੀ ਅਹਿਮ ਰੋਲ ਜਿਹੜਾ ਸੀਗਾ ਰਾਮ ਨੇ ਵੀ ਕਿਹਾ ਸੀਗਾ, ਆਪਣੇ ਰਾਵਣ ਨੇ ਵੀ ਕਿਹਾ ਸੀਗਾ ਵੀ ਮੇਰੇ ਆ ਜਿਹੜਾ ਜੋ ਕੁਛ ਹੋਇਆ ਇਹਦਾ ਕਾਰਨ ਉਹਨਾਂ ਨੇ ਦੱਸਿਆ ਸੀਗਾ। ਉਸ ਕਿਸਮ ਦੇ ਚੰਦ ਲੋਕ ਜਿਨ੍ਹਾਂ ਦੀ ਮੈਂਟੈਲਿਟੀ ਆਪਣੇ ਨਿੱਜੀ ਸਵਾਰਥ ਜਿਹੜੇ ਹੈ, ਨਿੱਜੀ ਸਵਾਰਥਾਂ ਨੂੰ ਲੈ ਕੇ ਅੱਜ ਕਾਂਗਰਸ ਪਾਰਟੀ ਕੋਲ ਬਹੁਤ ਵੱਡਾ ਐਡਵਾਂਟੇਜ ਜਿਹੜਾ ਸੀਗਾ ਉਹ ਖੁਰਦ-ਬੁਰਦ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਵਿਦ ਅ ਵੈਰੀ ਪ੍ਰੀ ਡਿਟਰਮਿਨਡ, ਥੋੜਾ ਮਿੱਥੇ ਤਰੀਕੇ ਨਾਲ, ਕਿਉਂਕਿ ਜਦੋਂ ਉਹਨਾਂ ਨੂੰ ਲੱਗਿਆ ਵੀ ਉਹਨਾਂ ਦੇ ਜਿਹੜੇ ਕਾਂਗਰਸ ਦੇ ਜਿਹੜੇ ਆਪੋਜੀਸ਼ਨ ਇੱਥੇ ਹੈ, ਬੀਜੇਪੀ ਅਕਾਲੀ ਸਰਕਾਰ ਹੈ, ਉਹ ਬੜੀ ਘਿਰੀ ਹੋਈ ਸੀ। ਸਰਕਾਰ ਦੀ ਅਕਾਲੀ ਜਿਹੜੇ ਇੱਥੇ ਪਾਰਟੀ ਹੈਗੀ ਉਹ ਬਹੁਤ ਬੁਰੀ ਤਰ੍ਹਾਂ ਘਿਰੀ ਹੋਈ ਹੈ। ਉਹਨਾਂ ਕੋਲ ਦੋ ਹੀ ਮੁੱਦਿਆਂ ਨੂੰ ਲੈ ਕੇ ਚੱਲੇ ਸੀ ਕਿ 50 ਸਾਲ ਤੱਕ ਉਹਨਾਂ ਨੇ ਚਾਹੇ ਕਿਸਾਨੀ ਦੇ ਮੁੱਦੇ ਤੇ ਚਾਹੇ ਪੰਥ ਦੇ ਮੁੱਦੇ ਤੇ, ਧਰਮ ਦੇ ਨਾਂ ਤੇ ਉਹਨਾਂ ਨੂੰ ਲੋਕਾਂ ਨੂੰ ਗੁੰਮਰਾਹ ਕੀਤਾ। ਦੋਨਾਂ ਮੁੱਦਿਆਂ ਦੇ ਉੱਤੇ ਸਾਡੀ ਕਾਂਗਰਸ ਲੀਡਰਸ਼ਿਪ ਨੇ ਉਹਨਾਂ ਨੂੰ ਟੋਟਲੀ ਐਕਸਪੋਜ਼ ਕਰਕੇ ਖੜਾ ਕਰਤਾ ਵੀ ਜਿਹੜੀ ਨਵੀਂ ਲੀਡਰਸ਼ਿਪ ਨੇ ਆ ਕੇ ਬਾਦਲ ਸਾਹਿਬ ਦੇ ਬਾਅਦ ਜਿਹੜਾ ਸੰਭਾਲਿਆ ਹੈ, ਜਿਹਦੇ ਵਿੱਚ ਸੁਖਬੀਰ ਸਿੰਘ ਬਾਦਲ, ਮਜੀਠੀਆ ਜੀ ਦੇ ਸਾਰੇ ਲੱਗੇ ਹੈ, ਉਹਨਾਂ ਦਾ ਅਸਲ ਚਿਹਰਾ ਪੰਥ ਵਿਰੋਧੀ ਚਿਹਰਾ, ਚਾਹੇ ਉਹ ਸਵਾਂਗ ਦਾ ਕੇਸ ਸੀਗਾ ਸਲਾਬਤਪੁਰੇ ਦਾ, ਉਹਦੇ ਵਿੱਚ ਕਿਸ ਤਰ੍ਹਾਂ ਕੇਸ ਵਿਡਰਾਅ ਕੀਤੇ ਗਏ, ਕਿਸ ਤਰ੍ਹਾਂ ਇਹਨਾਂ ਦੀ ਦੋਗਲੀਆਂ ਨੀਤੀਆਂ ਨੂੰ ਲੈ ਕੇ ਗੋਲੀਆਂ ਚੱਲੀਆਂ, ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਮਾਫੀਆਂ ਦਵਾਈਆਂ। ਸਵਾਲ ਬੜਾ ਅਹਿਮ ਹੈ ਸਾਹਿਬ। ਉਹਨਾਂ ਨੂੰ ਐਕਸਪੋਜ਼ਰ ਹੋ ਗਿਆ, ਉਹਨਾਂ ਕੋਲ ਜਵਾਬ ਹੈ ਨਹੀਂ ਸੀ। ਖੇਤੀਬਾੜੀ ਆਰਡੀਨੈਂਸਿਸ ਤੇ ਲੈ ਕੇ ਉਹਨਾਂ ਦਾ ਕਿਸਾਨ ਵਿਰੋਧੀ ਚਿਹਰਾ, ਪੰਜਾਬ ਵਿਰੋਧੀ ਚਿਹਰਾ ਸਾਹਮਣੇ ਆ ਗਿਆ। ਕੁਰਸੀ ਦੀ ਲਾਲਸਾ ਆਪਣੀ ਇੱਕ ਕੈਬਨਿਟ ਮਿਨਿਸਟਰੀ ਵਜ਼ਾਰਤ ਮੋਦੀ ਸਾਹਿਬ ਦੀ ਸਰਕਾਰ 'ਚ ਬਚਾਉਣ ਵਾਸਤੇ ਉਹਨਾਂ ਨੇ ਪੰਜਾਬ ਦੇ ਹਿੱਤ ਦਾਅ ਤੇ ਲਾਤੇ। ਉਹ ਜਿਹੇ ਮੌਕੇ ਤੇ ਉਹਨਾਂ ਨੂੰ ਆ ਕੇ ਇਹਨਾਂ ਨੇ ਆਕਸੀਜਨ ਲਾਤੀ ਸਾਡੇ
ਸ਼ਮਸ਼ੇਰ ਸਿੰਘ ਦੁੱਲੋ ਜੀ ਤੇ ਪ੍ਰਤਾਪ ਬਾਜਵਾ ਜੀ ਨੇ ਆ ਕੇ ਸਾਰੀ ਗੱਲ ਦੂਜੇ ਪਾਸੇ ਲੈ ਗਈ। ਇਸ ਕਰਕੇ ਮੈਂ ਸਮਝਦਾ ਵੀ ਸਾਡਾ ਮਸਲਾ ਕੋਈ ਵੀ ਆਰ ਨਾਟ ਕਾਰਨਰਡ ਐਂਡ ਦੈਟਸ ਵਾਈ ਸੈਡ ਵੀ ਇਹ ਜੇ ਲੋਕਾਂ ਨੂੰ ਟਾਈਮ ਰਹਿੰਦੇ ਅਗਰ ਜਿਹੜਾ ਨਸੂਰ ਹੈ ਕਹਿੰਦੇ ਕੈਂਸਰ ਅਗਰ ਫਸਟ ਸਟੇਜ ਦੇ ਉੱਤੇ ਨੱਪ ਲਿਆ ਜਾਵੇ ਤੇ ਬਾਅਦ ਚ ਕਿਤੇ ਤੁਹਾਨੂੰ ਐਂਪੂਟੇਸ਼ਨ ਦੀ ਲੋੜ ਨਾ ਪੈਂਦੀ, ਪਰ ਬਹੁਤ ਲੰਬੀ ਡੋਰ ਦੇਤੀ ਗਈ ਸੀ ਕਿਉਂਕਿ ਬਹੁਤ ਕਈ ਅਰਸੇ ਤੋਂ ਇਹਨਾਂ ਨੇ ਚੁੰਡੀ ਵੱਢਣ ਵਾਲਾ ਕੰਮ ਜਿਹੜਾ ਇਹ ਤਿੰਨ ਪਾਸਿਓਂ ਘਿਰੇ। ਮੈਂ ਜਾਖੜ ਸਾਹਿਬ ਇਸ ਲਈ ਇਹ ਸ਼ਬਦ ਇਸਤੇਮਾਲ ਕੀਤਾ ਸੀਗਾ ਕਿਉਂਕਿ ਸ਼ਾਇਦ ਤੁਹਾਡੀ ਪਾਰਟੀ ਦੇ ਉੱਤੇ, ਤੁਹਾਡੇ ਲੀਡਰਸ ਦੇ ਉੱਤੇ ਸਵਾਲ ਉੱਠ ਕੇ ਇਸੇ ਤਰ੍ਹਾਂ ਉਸ ਦੇ ਸਬੰਧ ਦੇ ਵਿੱਚ ਗਰਾਊਂਡ ਤੇ ਕਿਤੇ ਵੀ ਜਿਹੜਾ ਜਿਹਨੂੰ ਅਸੀਂ ਕਹਿ ਸਕਦੇ ਹਾਂ ਡੈਮੇਜ ਕੰਟਰੋਲ ਜਾਂ ਰਿਕਵਰੀ ਆਪਰੇਸ਼ਨ ਕਿਤੇ ਨਜ਼ਰ ਨਹੀਂ ਆ ਰਿਹਾ ਸਰਕਾਰ ਵੱਲੋਂ ਇਸ ਤਰ੍ਹਾਂ ਦੇ ਨਾਲ, ਕਿਉਂਕਿ ਸ਼ਾਇਦ ਇੱਕ ਪਰਸੈਪਸ਼ਨ ਕ੍ਰੀਏਟ ਹੋ ਰਹੀ ਹੈ ਤੁਹਾਡੀ ਪਾਰਟੀ ਦੀ ਕਿ ਇਹ ਮਿਲੀ ਭੁਗਤ ਦੇ ਨਾਲ ਹੋ ਰਿਹਾ, ਔਰ ਉਸ ਦੇ ਵਿੱਚ ਉਸ ਨੂੰ ਜਿਹੜਾ ਬੂਸਟ ਕੀਤਾ ਉਹ ਕੀਤਾ ਤੁਹਾਡੇ ਆਪ ਦੇ ਲੀਡਰਸ ਨੇ। ਮੈਂ ਨਹੀਂ ਸਮਝਦਾ ਸਾਡੀ ਪਾਰਟੀ ਕਿਤੇ ਕਾਰਨਰ ਹੋ ਰਹੀ ਹੈ, ਸਾਡੇ ਪਾਰਟੀ ਦੇ ਕਿਸੇ ਦਾ ਕੋਈ ਨਾਮ ਸਾਹਮਣੇ ਆਇਆ ਹੈ। ਅਕਾਲੀ ਦਲ ਦੇ ਕਹਿਣ ਦਾ ਮੈਂ ਦੇਖ ਰਿਹਾ ਸੀ ਸੁਖਬੀਰ ਜੀ ਦੇ ਵੀ ਇਹਨਾਂ ਦੇ ਐਮਐਲਏ ਇਨਵੋਲਵਮੈਂਟ ਦੀ ਨਾਂ ਲੈ ਰਹੇ। ਮੈਂ ਇਹਨਾਂ ਕਿਹਾ ਸੁਖਬੀਰ ਜੀ ਆਪਣਾ ਪਿਛੋਕੜ ਦੇਖ ਕੇ ਕਰ ਰਹੇ, ਦੇ ਆਰ ਫਰਮ ਹਿਜ਼ ਓਨ ਐਕਸਪੀਰੀਐਂਸਿਸ। ਜੀ ਤੁਸੀਂ ਦੇਖਿਆ ਹੋਣਾ ਵੀ ਇਹ ਬੰਦੇ ਦੀ ਆਪ ਦੀ ਪਰਸਨੈਲਿਟੀ ਇਜ਼ ਸਮ ਟੋਟਲ ਆਫ ਹਿਜ਼ ਓਨ ਐਕਸਪੀਰੀਐਂਸਿਸ। ਇਹਨਾਂ ਦੇ ਸਮੇਂ ਦੇ ਵਿੱਚ ਤਾਂ ਧੰਦਾ ਹੀ ਆਈ ਸੀਗਾ, ਦੇ ਵੈਰੀ ਵੈਲ ਆਈਡੈਂਟੀਫਾਈਡ ਜਿਹੜੇ ਮੰਤਰੀ ਸੀ ਜਿਨ੍ਹਾਂ ਨੇ ਮਾਫੀਆ ਕ੍ਰੀਏਟ ਕੀਤਾ, ਇਸਤੇਮਾਲ ਕੀਤਾ ਫॉर ਮਨੀ ਔਨ ਫॉर ਜਿਹੜੇ ਗੈਂਗਸਟਰ ਪੈਦਾ ਕਰਕੇ। ਸੋ ਆਪਣੇ ਪਿਛੋਕੜ ਨੂੰ ਦੇਖ ਕੇ ਕਹਿ ਰਹੇ ਕੈਪਟਨ ਸਾਹਿਬ ਹੈਜ਼ ਟੇਕਨ ਇਟ ਵੈਰੀ ਸਟਰਨਲੀ। ਉਹਨਾਂ ਨੇ ਕਿਹਾ ਕਿਸੇ ਕਿਸਮ ਦਾ ਅੱਜ ਵੀ ਉੱਥੇ ਮੈਂ ਵੀ ਕਹਿ ਕੇ ਆਇਆ ਵੀ ਤੁਸੀਂ ਇਹਦੇ ਪਿੱਛੇ ਇਕੱਲੇ ਆਏ ਨਹੀਂ ਵੀ ਜਿਹਨੇ ਪੱਟੀਆਂ ਕਿਹਨੇ ਲਾ ਰੱਖੀਆਂ ਸੀਗੀਆਂ, ਸਪਿਰਿਟ ਕਿੱਥੋਂ ਆਈ, ਕੌਣ ਵੇਚ ਰਿਹਾ ਸੀਗਾ, ਬਟ ਜਿਨ੍ਹਾਂ ਦੀ ਸੰਰਕਸ਼ਣ ਹੈ ਜਿੱਥੇ ਪੈਟਰਨੇਜ ਜਿਹੜੀ ਹੈ ਉਸ ਪੈਟਰਨਾਈਜੇਸ਼ਨ ਨੂੰ ਖਤਮ ਕਰੋ। ਚਾਹੇ ਉਹਨੇ ਚਿੱਟੀ ਬਣ ਰੱਖੀ ਹੈ, ਚਾਹੇ ਨੀਲੀ ਬਣ ਰੱਖੀ ਹੈ, ਚਾਹੇ ਉਹ ਖਾਸ ਆਦਮੀ ਹੈ, ਚਾਹੇ ਆਮ ਆਦਮੀ ਹੈ, ਉਹਨਾਂ ਨੂੰ ਜੜੋਂ ਕੱਢੋ ਕਿਉਂਕਿ ਇਸ ਕਿਸਮ ਦੇ ਨਸੂਰ ਬਾਰ-ਬਾਰ ਫੇਰ ਆ ਪੈਦਾ ਹੋ ਜਾਂਦੇ ਆ, ਥੋੜੇ ਦਿਨ ਕੱਢੇ ਜਾਂਦੇ ਆ, ਫੇਰ ਪੈਦਾ ਹੋ ਜਾਂਦੇ ਆ। ਪਰ ਤੁਹਾਨੂੰ ਲੱਗਦਾ ਕਿ ਪੋਲਿਟਿਕਸ ਦੇ ਵਿੱਚ ਪਰਸੈਪਸ਼ਨ ਬੜੀ ਇੰਪੋਰਟੈਂਟ ਚੀਜ਼ ਹੁੰਦੀ ਹੈ, ਉਹ ਚਾਹੇ ਪੋਜ਼ਿਟਿਵਲੀ ਕੰਮ ਕਰੇ ਜਾਂ ਨੈਗੇਟਿਵਲੀ ਕੰਮ ਕਰੇ। ਤੁਸੀਂ ਇਸ ਇਨਸੀਡੈਂਟ ਨੂੰ ਦੇਖਦੇ ਕਿੱਦਾਂ, ਪਰਸੈਪਸ਼ਨ ਪੋਜ਼ਿਟਿਵ ਕੰਮ ਕਰ ਰਹੀ ਹੈ ਜਾਂ ਤੁਹਾਨੂੰ ਲੱਗਦਾ ਕਿ ਕਿੰਨਾ ਨੈਗੇਟਿਵ ਕੰਮ ਕਰ ਰਹੀ ਹੈ? ਔਰ ਬੀਇੰਗ ਅ ਪ੍ਰੈਜ਼ੀਡੈਂਟ, ਪ੍ਰਧਾਨ ਦੇ ਤੌਰ ਦੇ ਉੱਤੇ ਕਿਆ ਸੁਨੀਲ ਜਾਖੜ ਹੋਣਾ ਨੇ ਇੰਡੀਪੈਂਡੈਂਟਲੀ ਆਪਣੇ ਐਮਐਲਏਜ਼ ਨਾਲ ਗੱਲ ਕੀਤੀ ਹੈ ਕਿ ਆਖਿਰ ਕਿਸ ਤਰ੍ਹਾਂ ਉਹਨਾਂ ਦਾ ਨਾਮ ਆ ਰਿਹਾ? ਕਿਉਂਕਿ ਉੱਥੇ ਕੁਝ ਲੋਕ ਕਹਿ ਰਹੇ ਨੇ ਕਿ 20 ਸਾਲ ਤੋਂ 25 ਸਾਲ ਤੋਂ ਸ਼ਰਾਬ ਦਾ ਕਾਰੋਬਾਰ ਕੀਤਾ ਜਾ ਰਿਹਾ ਸੀ, ਪਰ ਤੁਹਾਡੀ ਚੋਣ ਜਿਹੜੀ ਪਾਰਟੀ ਦੀ ਹੋਈ ਸੀ ਉਹਦਾ ਮੁੱਖ ਏਜੰਡਾ ਇਹ ਸੀ ਵੀ ਨਸ਼ੇ ਅਸੀਂ ਖਤਮ ਕਰਾਂਗੇ, ਔਰ ਇਲੀਗਲੀ ਜੇ ਇੰਨਾ ਥੱਲੇ ਇੱਕ ਨੈਕਸਸ ਕ੍ਰੀਏਟ ਹੋ ਗਿਆ ਤੇ ਪਹਿਲੀ ਜ਼ਿੰਮੇਵਾਰੀ ਤੇ ਚੁਣੇ ਹੋਏ ਨੁਮਾਇੰਦਿਆਂ ਦੀ ਵੀ ਹੁੰਦੀ ਹੈ। ਬਿਲਕੁਲ ਤੁਸੀਂ ਆਪਣੇ ਆਪ ਹੀ ਗੱਲ ਜਿਹੜੀ ਕਹਤੀ ਵੀ ਆਹ ਮਸਲਾ ਕੋਈ ਹੁਣ 2 ਸਾਲ 'ਚ ਨਹੀਂ ਪੈਦਾ ਹੋਇਆ, ਆਹ ਸਾਨੂੰ ਵਿਰਾਸਤ 'ਚ ਮਿਲੇ। ਆ ਪਿਛਲੇ 13 ਸਾਲ ਦਾ ਜੋ ਕੁਛ ਇਹਨਾਂ ਨੇ ਅਕਾਲੀਆਂ ਨੇ ਕੰਡੇ ਬੀਜੇ ਹੈ, ਉਹ ਕੰਡਿਆਂ ਨੂੰ ਮੈਂ ਗੱਲ ਤੁਹਾਡੀ ਬਿਲਕੁਲ ਮੰਨਦਾ ਵੀ ਅਸੀਂ ਜਿਹੜੇ ਉਹਨੂੰ ਕੱਢਣ ਦੇ ਵਿੱਚ ਥੋੜਾ ਡਿਲੇ ਜ਼ਰੂਰ ਹੋ ਰਿਹਾ ਹੈ। ਇਟ ਹੈਜ਼ ਨਾਟ ਬੀਨ ਡਨ ਪ੍ਰੋਪਰਲੀ। ਕਿਤੇ ਰਹਿ ਗਈ ਕੰਡਿਆਲੀ, ਜਿਸ ਤਰ੍ਹਾਂ ਚਾਣਕਿਆ ਨੇ ਕਿਹਾ ਸੀਗਾ ਵੀ ਉਹ ਜਦੋਂ ਕੰਡਿਆਲੀ ਕੱਢੋ ਉਹਨੂੰ ਛਾਹ 'ਚ ਡੁਬੋ ਕੇ ਲੱਸੀ 'ਚ ਮੁੜ ਕੇ ਪੈਦਾ ਨਾ ਹੋਵੇ। ਸਾਡੇ ਤੋਂ ਕਿਤੇ ਉਹ ਕਮੀ ਰਹਿ ਗਈ। ਅਦਰਵਾਈਜ਼ ਤਾਂ ਜਿਹੜੇ ਪੁਰਾਣੀ ਚਲੇ ਆ ਰਹੇ ਜਿਹੜੇ ਸੁਖਬੀਰ ਜੀ ਜਿਹਨਾਂ ਨੂੰ ਰੈਫਰ ਕਰ ਰਹੇ ਤੇ ਇਹ ਇਹਨਾਂ ਦੀ ਆਪ ਦੀ ਦੇਣ ਹੈ। ਸਾਡੀ ਅਗਰ ਇਹਦੇ ਵਿੱਚ ਕਿਤੇ ਕੁਤਾਹੀ ਆਏ ਇਹਨੂੰ ਜੜੋਂ ਨਹੀਂ ਕੱਟਿਆ ਗਿਆ, ਬਟ ਐਟ ਦ ਸੇਮ ਟਾਈਮ ਬਿਲਕੁਲ ਇਹਦਾ ਸਾਡੀ ਜਿਹੜੀ ਇਮੇਜ ਹੈ ਸਰਕਾਰ ਉਹਦੇ ਉੱਤੇ ਇਹਦੀ ਢਾਲ ਲੱਗੀ ਹੈ। ਕਿਉਂਕਿ ਕੈਪਟਨ ਸਾਹਿਬ ਨੇ 3.5 ਸਾਲਾਂ ਦਾ ਅਗਰ ਮੈਨੂੰ ਕੋਈ ਪੁੱਛਦਾ ਹੈ ਸਭ ਤੋਂ ਵੱਡੀ ਅਚੀਵਮੈਂਟ ਕਿਹੜੀ ਹੈ, ਦੈਟ ਇਜ਼ ਅਸੀਂ ਰੂਲ ਆਫ ਲਾਅ ਐਸਟੈਬਲਿਸ਼ ਕੀਤਾ ਹੈ। ਉਸ ਰੂਲ ਆਫ ਲਾਅ ਐਸਟੈਬਲਿਸ਼ਮੈਂਟ ਦੇ ਬਾਅਦ ਜਦੋਂ ਇਸ ਕਿਸਮ ਦੇ ਸਾਹਮਣੇ ਆਉਂਦੇ ਹੈ ਤੇ ਉਹਦੇ ਵਿੱਚ ਬਿਲਕੁਲ ਅਸੀਂ ਸੀਰੀਅਸ ਨੋਟਿਸ ਲਿਆ ਐਂਡ ਵੀ ਵਿਲ ਨਾਟ ਸਪੇਅਰ ਇਹਦੇ ਵਿੱਚ। ਪਰ ਮੈਂ ਤੁਹਾਨੂੰ ਇੱਕ ਸਵਾਲ ਇਹਦੇ 'ਚ ਹੋਰ ਕੀਤਾ, ਬਤੌਰ ਪ੍ਰਧਾਨ ਕਿਆ ਤੁਸੀਂ ਗੱਲਬਾਤ ਕੀਤੀ ਹੈਗੀ ਆਪਦੇ ਐਮਐਲਏਜ਼ ਨਾਲ ਕਿ ਆਖਿਰ ਕਿਉਂ ਤੁਹਾਡਾ ਨਾਮ ਇੰਨਾ ਉਛਲ ਰਿਹਾ ਹੈਗਾ? ਮੈਂ ਇੱਕ ਸਵਾਲ ਤੁਹਾਨੂੰ ਸਰਕਾਰ ਦੇ ਪੱਧਰ ਤੇ ਵੀ ਕੀਤਾ ਸੀ ਔਰ ਪ੍ਰਧਾਨ ਦੇ ਤੌਰ ਤੇ ਵੀ ਕੀਤਾ ਸੀਗਾ, ਜਾਂ ਤੁਸੀਂ ਜ਼ਰੂਰਤ ਸਮਝ ਨਹੀਂ ਰਹੀ ਤਾਂ ਲੱਗ ਨਹੀਂ ਰਹੀ ਤੁਹਾਨੂੰ? ਟਾਈਮ ਐਂਡ ਅਗੇਨ ਬਿਲਕੁਲ ਸਹੀ, ਹਰੇਕ ਮੌਕੇ ਗੱਲ ਨੂੰ ਜਾਂਚ ਕਰਕੇ, ਬਟ ਮੇਰੀ ਕਿਸੇ ਨੂੰ ਕਲੀਨ ਚਿੱਟ ਦੇਣਾ ਨਹੀਂ ਦੇਣਾ ਡਜ਼ਨਟ ਮੀਨ ਐਨੀਥਿੰਗ। ਇਜ਼ ਅ ਵਰਚੁਅਲੀ ਕਲੀਨ ਚਿੱਟ। ਬਾਦਲ ਸਾਹਿਬ ਕਦੇ ਰਾਣੀਕੇ ਸਾਹਿਬ ਨੂੰ ਛੱਡ ਦਿੰਦੇ ਸੀ, ਕਦੇ ਵਿਕਰਮ ਮਜੀਠੀਆ ਨੂੰ ਕਿ ਉਹਨਾਂ ਨੇ ਚਿੱਟ ਦਿੱਤੀ। ਮੈਂ ਕਿਸੇ ਨੂੰ ਕਲੀਨ ਚਿੱਟ ਨਾ, ਕਿਸੇ ਨੂੰ ਮੈਂ ਝੂਠਾ ਇਲਜ਼ਾਮ ਕਿਸੇ ਤੇ ਲਾਉਂਦਾ, ਨਾ ਮੈਂ ਕਿਸੇ ਨੂੰ ਕਲੀਨ ਚਿੱਟ ਦਿੰਦਾ, ਬਟ ਆਈ ਕੈਨ ਅਸ਼ੋਰ ਯੂ ਦੇयर ਵਿਲ ਬੀ ਅ ਫੇਅਰ ਐਂਡ ਟਰਾਂਸਪੇਰੈਂਟ। ਨੋਬਡੀ ਵਿਲ ਬੀ, ਕਿਸੇ ਨੂੰ ਬਖਸ਼ਿਆ ਨਹੀਂ ਜਾਣਾ, ਚਾਹੇ ਉਹ ਕਿਸੇ ਦਾ ਹੀ ਹੋਵੇ, ਚਾਹੇ ਕਿਸੇ ਦਾ ਹੀ ਹੋਵੇ। ਤੁਸੀਂ ਪਹਿਲੇ ਕਿਹਾ ਸੀਗਾ ਕਿ ਕੰਪਲੇਂਟ ਕਰ ਰਹੇ ਹੋ, ਤੁਸੀਂ ਕੰਪਲੇਂਟ ਭੇਜ ਵੀ ਚੁੱਕੇ ਹੈਗੇ ਹੋ ਪ੍ਰਤਾਪ ਬਾਜਵਾ ਦੀ ਔਰ ਸ਼ਮਸ਼ੇਰ ਸਿੰਘ ਦੁੱਲੋ ਦੀ। ਪ੍ਰਤਾਪ ਬਾਜਵਾ ਅੱਜ ਫਿਰ ਉੱਥੇ ਪਹੁੰਚਦੇ ਨੇ, ਉਹਨਾਂ ਨੇ ਦੁਬਾਰਾ ਜਿਹਨੂੰ ਅਸੀਂ ਕਹਿੰਦੇ ਕਿ ਬੜਕ ਮਾਰੀ ਆ ਪ੍ਰਤਾਪ ਬਾਜਵਾ ਨੇ, ਕਹਿੰਦੇ ਮੇਰੇ ਨਾਲ ਸੋਨੀਆ ਗਾਂਧੀ ਦੇ ਉੱਥੇ ਚੱਲੋ।
ਸੁਨੀਲ ਜਾਖੜ ਚੱਲਣ ਦੇਖ ਲੈਂਦੇ ਹੋ ਕਿਹਨੂੰ ਘਰ ਵਾੜਦੇ ਔਰ ਕਿਹਨੂੰ ਬਾਹਰ ਕੱਢ ਦਿੰਦੇ? ਮੈਨੂੰ ਪ੍ਰਤਾਪ ਦੇ ਨਾਲ ਲੈ ਕੇ ਮੈਨੂੰ ਉਹਦਾ ਪਰਮਿਟ ਲੈ ਕੇ ਜਾਣ ਦੀ ਲੋੜ ਨਹੀਂ। ਮੈਂ ਜਿੱਥੇ ਜਾਣਾ ਹੋਊਗਾ ਮੈਂ ਆਪਣੇ ਆਪ ਚਲਾ ਜਾਊਂਗਾ। ਬਟ ਮਤਲਬ ਹੈ ਜਿਹੜੀ ਗੱਲ ਮੈਂ ਤੁਸੀਂ ਜਦੋਂ ਇੰਟਰੋਡਕਸ਼ਨ 'ਚ ਕਹਿ ਰਹੇ ਸੀ ਵੀ ਉਹਨਾਂ ਦੀ ਬੜੀ ਪੈਂਠ ਹੈ, ਆਈ ਤਾਂ ਮੈਨੂੰ ਸਭ ਤੋਂ ਬੜਾ ਦੁੱਖ ਹੈ ਪਾਟਿਆ ਸਾਹਿਬ ਵੀ ਉਹਨਾਂ ਨੇ ਚਾਹੇ ਸਾਡੀ ਕਾਂਗਰਸ ਅਧਿਕਸ਼ ਸੋਨੀਆ ਜੀ ਅਤੇ ਖਾਸ ਤੌਰ ਤੇ ਰਾਹੁਲ ਗਾਂਧੀ ਜੀ ਨੇ, ਜਿਨ੍ਹਾਂ ਨੇ ਐਡਾ ਭਰੋਸਾ ਕੀਤਾ ਇੱਕ ਆਦਮੀ ਤੇ, ਉਹ ਆਦਮੀ ਐਡਾ ਦਗਾ ਦੇ ਗਏ। ਤੁਸੀਂ ਉਹਨਾਂ ਜਿੱਥੇ ਪਾਰਟੀ ਦੇ ਪਿੱਠ 'ਚ ਛੁਰਾ ਮਾਰਿਆ, ਪਾਰਟੀ ਨੂੰ ਸੈਬੋਟੇਜ ਕੀਤਾ, ਉਹ ਤਾਂ ਇੱਕ ਪਾਸੇ ਗੱਲ ਹੈ। ਬਟ ਪਰਸਨਲ ਕਿਸੇ ਦੇ ਨਾਲ ਵਿਸ਼ਵਾਸਘਾਤ ਕਰਨਾ, ਜਿਵੇਂ ਕਹਿੰਦੇ ਨਾ ਵੀ ਬਾਣੀ 'ਚ ਵੀ ਲਿਖਿਆ ਹੈ ਵੀ ਸਭ ਤੋਂ ਮਾੜਾ ਬੰਦਾ ਉਹ ਜਿਹੜਾ ਕਿਰਤਗਨ ਹੋਵੇ, ਉਹ ਬੰਦਾ ਉਸ ਕਿਸਮ ਦੀਆਂ ਗੱਲਾਂ ਵੀ ਪੂਰੇ ਕਾਂਗਰਸ ਦੇਖੋ ਸਾਰੇ ਪੰਜਾਬ ਜਾਣਦਾ ਹੈ, ਸਾਰੀ ਪੰਜਾਬ ਕਾਂਗਰਸ ਇੱਕ ਪਾਸੇ ਸੀ ਜਦੋਂ ਇਹਨਾਂ ਨੂੰ ਪੀਸੀਸੀ ਪ੍ਰੈਜ਼ੀਡੈਂਟ ਪ੍ਰਤਾਪ ਜੀ ਨੂੰ ਬਣਾਇਆ। ਰਾਹੁਲ ਗਾਂਧੀ ਦੀ ਬਤੌਰ ਉਹਨਾਂ ਨੇ ਕਿਹਾ ਨਹੀਂ ਮੇਰਾ ਬੰਦਾ, ਮੈਂ ਤਾਂ ਆਪ ਕਹਿ ਰਿਹਾ ਉਹਨਾਂ ਦੇ ਸਭ ਤੋਂ ਜ਼ਿਆਦਾ ਇਸ ਟਰਸਟਡ ਮੈਨ ਵਰਕ ਉਸੇ ਕੌਨਫੀਡੈਂਸ ਤੇ ਕਹਿ ਰਹੇ ਉਸੇ ਉਹ ਤਾਂ ਕੌਨਫੀਡੈਂਸ ਤੇ ਇਹਨਾਂ ਨੇ ਤੋੜਤਾ ਸਾਹਿਬ। ਦੈਟਸ ਵਾਟ ਮੈਨੂੰ ਇਸੇ ਗੱਲ ਦਾ ਦੁੱਖ ਹੈ, ਹੋਰ ਮੈਂ ਕੀ ਕਹਿ ਰਿਹਾ। ਕੋਈ ਹੋਰ ਮਾਰਦਾ ਤਾਂ ਮਾਰਦਾ, ਸਾਡੇ ਆਪ ਦੇ ਜਿਹੜੇ ਉਹ ਆਸਤੀਨ ਕੇ ਜਿਹੜੇ ਹੈ ਉਹ ਵੀ ਡੰਗ ਮਾਰੀ ਜਾਂਦੇ। ਇਸੇ ਗੱਲ ਦਾ ਦੁੱਖ ਹੈ ਸਭ ਤੇ। ਕਿਸ ਗੱਲੋਂ ਵਾਸਤੇ? ਇੱਕ ਮਿੰਟ ਪਾਕੇ ਗੱਲ ਪੂਰੀ ਕਰ ਰਹੇ ਹਾਂ। ਯੂ ਹੈਵ ਪਲੈਂਟੀ ਆਫ ਪਲੇਟਫਾਰਮ, ਤੁਸੀਂ ਆਪਣੀ ਗੱਲ ਕਹਿ ਦਿਓ। ਥੋੜੇ ਦਿਨ ਪਹਿਲਾਂ ਇੱਥੇ ਬੜਾ ਚਰਚਾ ਚੱਲ ਰਹੀ ਹੈ ਮੂਸੇਵਾਲਾ ਦੀ, ਵੀ ਉਹਨਾਂ ਨੇ ਜੀ ਗਨ ਕਲਚਰ ਦੀ ਬੜੀ ਗੱਲ ਕੀਤੀ। ਮੈਂ ਉਸ ਤੇ ਆਉਣਾ ਚਾਹੁੰਦਾ। ਪੰਜਾਬ ਦੇਖੋ ਸਭ ਮੂਸੇਵਾਲਾ ਨੂੰ ਆਪਾਂ ਐਵੇਂ ਕਰੀ ਜਾਂਦੇ, ਹੀ ਇਜ਼ ਵਟ ਇਜ਼ ਡੂਇੰਗ ਇਜ਼ ਰੋਂਗ, ਬਟ ਹੀ ਇਜ਼ ਓਨਲੀ ਉਹ ਗੱਲ ਕਹਿ ਰਿਹਾ ਜਿਹੜਾ ਪੰਜਾਬ ਦੇ ਸਾਈਕੀ 'ਚ ਹੈ। ਪੰਜਾਬ ਦਾ ਜਿਹੜਾ ਕਲਚਰ ਹੈ, ਇੱਕ ਐਸਯੂਵੀ ਹੋਵੇ, ਇੱਕ ਬੰਦੂਕ ਹੋਵੇ, ਤੇ ਇੱਧਰ ਮੋਢੇ ਤੇ ਦੁਨਾਲੀ ਇਹ ਉਹ ਕਰਕੇ ਕਰੀ ਜਾਂਦੇ ਆ। ਬੱਚਿਆਂ ਨੂੰ ਰੋਕਣ ਵਾਸਤੇ ਆਪਾਂ ਕਰ ਰਹੇ ਹਾਂ ਵੀ ਮੂਸੇਵਾਲਾ ਇਸ ਕਿਸਮ ਦੇ ਗਾਣੇ ਨਾ ਗਾਵੇ। ਬੱਚਿਆਂ ਨੂੰ ਆਪਾਂ ਕੀ ਰੋਕਾਂਗੇ ਜਦੋਂ ਕਾਂਗਰਸ ਦੇ ਸੀਨੀਅਰ ਲੀਡਰ ਇੱਕ ਬੰਦੂਕ, 4 ਬੰਦੂਕ ਗਨਮੈਨ ਵਾਸਤੇ ਉਹਨਾਂ ਨੇ ਆਪਣਾ ਇਮਾਨ ਵੇਚਤਾ। ਆਪਣੇ ਡਾਕਟਰ ਮਨਮੋਹਨ ਸਿੰਘ ਦੀ ਸਿਕਿਉਰਿਟੀ ਡਾਊਨਗ੍ਰੇਡ ਕਰਤੀ, ਸੁਰਿੰਦਰਾ ਜੀ, ਸੋਨੀਆ ਜੀ ਦੀ, ਰਾਹੁਲ ਜੀ ਦੀ, ਪ੍ਰਿਯੰਕਾ ਜੀ ਦੀ, ਸਾਰਿਆਂ ਦੀ ਸਿਕਿਉਰਿਟੀ ਡਾਊਨਗ੍ਰੇਡ ਕਰਤੀ। ਇਹਨਾਂ ਨੂੰ ਪਤਾ ਨਹੀਂ ਕਿਹਦਾ ਖਤਰਾ ਆ ਗਿਆ। ਸੁਖਬੀਰ ਆਪਣੇ ਪ੍ਰਕਾਸ਼ ਆਪਣੇ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਤੁਸੀਂ ਜਾਖੜ ਸਾਹਿਬ ਕੀ 4 ਗਨਮੈਨਾਂ ਵਾਸਤੇ ਜਿਹੜਾ ਆਦਮੀ ਆਪਣੇ ਜਿਨ੍ਹਾਂ ਦੇ ਬਿਗੇਸਟ ਪੈਟਰਨ ਵਾਸ ਰਾਹੁਲ ਗਾਂਧੀ, ਉਹਨਾਂ ਦੇ ਪਿੱਠ 'ਚ ਛੁਰਾ ਮਾਰੇ ਜਾਂਦੇ ਆ। ਉਹਨੂੰ ਕਿੰਨੀਆਂ ਗਿਣੀਆਂ ਚੁਣੀਆਂ ਸਰਕਾਰਾਂ ਹੈ ਕਾਂਗਰਸ ਦੀਆਂ ਦੱਸੋ। ਹੀ ਇਜ਼ ਟ੍ਰਾਈਂਗ ਟੂ ਡੀਸਟੇਬਲਾਈਜ਼ ਅ ਕਾਂਗਰਸ ਗਵਰਨਮੈਂਟ, ਨਾਟ ਰਿਅਲਾਈਜ਼ਿੰਗ ਵੀ ਜਿਹੜੇ ਬੰਦੇ ਨੇ ਐਡਾ ਵਿਸ਼ਵਾਸ ਕੀਤਾ ਹੈ ਰਾਹੁਲ ਗਾਂਧੀ ਨੇ, ਤੁਸੀਂ ਉਹਨਾਂ ਦੀ ਜਨਾਬ ਗਵਰਨਰ ਕੋ ਜਾ ਕੇ ਡੀਸਟੇਬਲਾਈਜ਼ ਕਰ ਰਹੇ ਨੇ। ਗਵਰਨਰ ਕੋਲ ਜਾ ਕੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਅਗਰ ਇਨਕੁਆਇਰੀ ਮੰਗ ਰਹੇ ਹੋ, ਵਾਟ ਡੂ ਯੂ ਥਿੰਕ ਦੈਟ ਇਜ਼? ਡੀਸਟੇਬਲਾਈਜ਼ ਕਰਨਾ ਹੈ, ਬਿਲਕੁਲ ਡੀਸਟੇਬਲਾਈਜ਼। ਪਰ ਜਿਹੜਾ ਤੁਸੀਂ ਐਲੀਗੇਸ਼ਨ ਲਾਇਆ ਜਾਖੜ ਸਾਹਿਬ ਕਿ 4 ਗਨਮੈਨ ਲੈਣ ਦੇ ਲਈ ਪ੍ਰਤਾਪ ਬਾਜਵਾ 4 ਗਨਮੈਨ ਲੈ ਕੇ ਪ੍ਰਤਾਪ ਬਾਜਵਾ ਡੀਸਟੇਬਲਾਈਜ਼ ਕਰ ਰਹੇ ਨੇ, ਪਰ ਉਹਦਾ ਆਧਾਰ ਕੀ ਹੈਗਾ ਕਿ ਉਹ ਗਨਮੈਨ ਕਿਸੇ ਸਾਂਝ ਦੇ ਥਰੂ ਦਿੱਤੇ ਗਏ ਨੇ? ਕਿਉਂਕਿ ਪ੍ਰਤਾਪ ਬਾਜਵਾ ਹੁਣਾਂ ਨੇ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਦੇ ਵਿੱਚ ਗੁਲਾਮ ਨਬੀ ਆਜ਼ਾਦ ਦੀ ਚਿੱਠੀ ਦਿਖਾਈ ਹੈ। ਕਹਿੰਦੇ ਵੀ ਇਹ ਗੁਲਾਮ ਨਬੀ ਆਜ਼ਾਦ ਵੱਲੋਂ ਰეკਮੈਂਡ ਕੀਤੀ ਔਰ ਮੇਰੀ ਸਿਕਿਉਰਿਟੀ ਕਹਿੰਦੇ ਰੀਸਟੋਰ ਹੋਈ ਹੈ, ਜਿਹੜੀ ਮੈਨੂੰ ਉਸ ਸਮੇਂ ਹੈਗੀ ਸੀਗੀ। ਕਹਿੰਦੇ ਜਿਸ ਸਮੇਂ ਮੇਰੇ ਤੇ ਹਮਲਾ ਹੋਇਆ ਉਹ ਉਸ ਗਰਾਊਂਡ ਦੇ ਉੱਤੇ ਇਹ ਹੁਣ ਇਹ ਦੇਖੋ ਮੈਂ ਪ੍ਰਤਾਪ ਜੀ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਫਰਮ ਕਾਲਜ ਡੇਜ਼ ਸਾਹਿਬ। ਓਕੇ ਆਈ ਨੋ। ਦੇਖੋ ਇਹ ਸਾਰੀਆਂ ਕਹਾਣੀਆਂ ਹੈ, ਥੀਸ ਆਰ ਆਲ ਨਾਓ ਆਫਟਰ ਥਾਟ, ਨੂੰ ਆਪਣੇ ਆਪ ਨੂੰ ਬਣਾਉਣ ਵਾਸਤੇ, ਹੀਰੋ ਬਣਾਉਣ ਵਾਸਤੇ। ਮੈਂ ਸਪਸ਼ਟ ਗੱਲ ਕਹੂੰਗਾ, ਇਹ ਸਾਰੇ ਤਾਮਝਾਮ ਦੇ ਅੰਦਰ ਈਵਨ ਨਾਟ ਈਵਨ ਵੈਨ ਹੀ ਵਾਸ ਇਨ ਗਵਰਨਮੈਂਟ, ਇਹਨਾਂ ਦੇ ਜਿਹੜੇ ਪੰਜਾਬ ਦੇ ਅੰਦਰ 2 ਮੰਤਰੀ ਸੀਗੇ, ਮੰਤਰੀ ਨਹੀਂ ਜਿਹੜੇ 2 ਹੁਣ ਮੰਤਰੀ ਹੈ, ਇੱਕ ਮੰਤਰੀ ਹੈ ਤੇ ਆਪੋਜੀਸ਼ਨ ਜਦੋਂ ਬੈਠੇ ਸੀਗੇ ਅਸੀਂ, ਇਹਨਾਂ ਦੀ ਸਰਕਾਰ 14 ਚ ਆ ਗਈ। 2 ਬੰਦਿਆਂ ਕੋਲ ਪੰਜਾਬ ਦੇ ਅੰਦਰ CSF ਸੈਂਟਰਲ ਗਵਰਨਮੈਂਟ ਦੀ ਸਿਕਿਉਰਿਟੀ ਸੀਗੀ। ਇੱਕ ਸ਼੍ਰੀ ਪ੍ਰਤਾਪ ਜੀ ਸੀਗੇ, ਇੱਕ ਸਾਡੇ ਸ਼੍ਰੀ ਮਾਨਾ ਜੀ ਵੀ ਬੈਠੇ ਹੈ, ਮੈਂ ਨਾਮ ਨਹੀਂ ਲੈਣਾ ਚਾਹੂੰਗਾ। ਉਹਨਾਂ ਦੀ ਵਿਡਰਾ ਹੋ ਗਈ, ਇਹਨਾਂ ਨੂੰ ਦੇ ਰੱਖੀ ਹੈ। ਆਹ ਸਾਰਾ ਕੁਝ ਇਹਨਾਂ ਦਾ ਉਦੋਂ ਹੋਇਆ ਜਦੋਂ ਬੀਜੇਪੀ ਦੀ ਸਰਕਾਰ ਆ ਗਈ। ਜਦੋਂ ਕਾਂਗਰਸ ਦੀ ਸਰਕਾਰ ਸੀ, ਇਹਨਾਂ ਕੋਲ ਕੋਈ CSF ਦੀ ਕੋਈ ਸਿਕਿਉਰਿਟੀ ਨਹੀਂ ਸੀ, ਉਦੋਂ ਕੋਈ ਥ੍ਰੈਟ ਨਹੀਂ ਸੀ। ਇੱਥੇ ਮੰਤਰੀ ਸੀਗੇ ਕੈਪਟਨ ਸਾਹਿਬ ਦੇ ਟਾਈਮ 2002-05 ਚ, ਉਹਨਾਂ ਕੋਲ ਕੋਈ CSF ਦੀ ਸਿਕਿਉਰਿਟੀ ਨਹੀਂ ਸੀ। ਹੁਣ ਵੀ ਇਹਨਾਂ ਕੋਲ ਅੱਜ ਦੇ ਦਿਨ 'ਚ 10 ਗਨਮੈਨ ਪੰਜਾਬ ਸਰਕਾਰ ਦੇ ਵੀ ਇਹਨਾਂ ਕੋਲ ਨਾਲ ਸੀਗੇ। ਦਿਸ ਇਜ਼ ਉਹਨਾਂ ਨੇ ਦੇਖੋ ਅਮਿਤ ਸ਼ਾਹ ਜੀ ਦਾ, ਮੈਂ ਬਾਰ ਬਾਰ ਰਿਪੀਟ ਕਰ ਰਿਹਾ ਕਿਉਂ ਤੁਸੀਂ ਰਿਪੀਟ ਕਰ ਰਹੇ ਹੋ। ਮੈਂ ਤੁਹਾਨੂੰ ਇਹ ਅਗਲਾ ਗੱਲ ਇਹ ਪੁੱਛ ਲੈਣਾ ਕਿ ਕਿਆ ਸੁਨੀਲ ਜਾਖੜ ਦੇ ਕੋਲੇ ਐਲੀਗੇਸ਼ਨ ਹੈ, ਪੋਲੀਟੀਕਲ ਐਲੀਗੇਸ਼ਨ ਹੈਗਾ ਜਾਂ ਆਧਾਰ ਹੈਗਾ ਇਸ ਗੱਲ ਦਾ? ਕਿਉਂ ਜੋ ਤੁਸੀਂ ਅਮਿਤ ਸ਼ਾਹ ਨੂੰ ਲੈ ਕੇ ਗੱਲ ਕਰ ਰਹੇ ਹੋ, ਅਗਰ ਤੁਸੀਂ ਇਹਨੂੰ ਐਲੀਗੇਸ਼ਨ ਨਹੀਂ ਵੀ ਕਹਿੰਦੇ, ਪਰ ਇਹਦਾ ਆਧਾਰ ਕਿੱਥੇ ਹੈਗਾ ਜਾਖੜ ਸਾਹਿਬ? ਜਿਹੜੇ ਹੈ ਵੀ ਸਾਰੇ ਹਿੰਦੁਸਤਾਨ ਦੀ ਸਿਕਿਉਰਿਟੀ ਡਾਊਨਗ੍ਰੇਡ ਹੋ ਰਹੀ ਹੈ, ਇਹਨਾਂ ਦੇ ਤਾਂ ਪਤਾ ਨਹੀਂ। ਕਿਉਂਕਿ ਉਹਨੂੰ ਤੇ ਉਹਦਾ ਤੇ ਉਹ ਕਾਗਜ਼ ਦਿਖਾ ਰਹੇ ਨੇ ਲੋਕਾਂ ਦੇ ਵਿੱਚ, ਪਬਲਿਕ ਦੇਖੋ ਗੱਲ ਪਬਲਿਕ ਡੋਮੇਨ ਦੇ ਵਿੱਚ ਤੇ ਰੱਖੀ ਜਾਂਦੀ ਨਾ। ਤੁਸੀਂ ਇੱਕ ਪਬਲਿਕ ਫਿਗਰ ਹੈਗੇ ਹੋ, ਜਾਂ ਪ੍ਰਤਾਪ ਬਾਜਵਾ ਜਾਂ XYZ ਕੋਈ ਵੀ ਹੈ ਪਬਲਿਕ ਫਿਗਰ ਹੈਗਾ, ਅਖੀਰ ਦੇ ਉੱਤੇ ਤੁਹਾਨੂੰ ਪਬਲਿਕ ਲੋਕਾਂ ਦੀ ਕਚਹਿਰੀ ਦੇ ਵਿੱਚ ਹੀ ਐਵੀਡੈਂਸ ਜਾਂ ਕੋਈ ਪ੍ਰੂਫ ਰੱਖਣਾ ਪਏਗਾ ਵੀ ਆਹ ਚੀਜ਼ ਹੈਗੀ ਹੈ, ਜੋ ਗੱਲ ਤੁਸੀਂ ਕਰ ਰਹੇ ਹੋ ਉਹ ਠੀਕ ਹੈਗੀ ਹੈ। ਮੈਂ ਉਸ ਬਿਆਨ ਬਿਨਾਂ ਤੇ ਪੁੱਛ ਰਿਹਾ ਵੀ ਇਸ ਚੀਜ਼ ਦਾ ਆਧਾਰ ਕੀ ਹੈਗਾ? ਆਧਾਰ ਤੁਸੀਂ
ਦੇਖੋ ਹੁਣ ਲੋਕਾਂ ਨੂੰ ਗੁੰਮਰਾਹ ਨਾ ਕਰਨ, ਮੇਰਾ ਕਹਿਣ ਦਾ ਭਾਵ ਉਹਨਾਂ ਕੋਲ ਤਾਂ ਇੱਕ ਚਿੱਠੀ ਹੈ, ਉਹਨਾਂ ਕੋਲ ਇੱਕ ਇਮੇਜਿਨਰੀ ਅਟੈਕ ਹੈ। ਸੋਨੀਆ ਜੀ ਨੂੰ ਕੋਈ ਚਿੱਠੀ ਦੀ ਲੋੜ ਹੈ? ਸੋਨੀਆ ਜੀ ਕਿਸੇ ਨੂੰ ਦੱਸਣ ਦੀ ਲੋੜ ਹੈ ਕਿਉਂ ਸਿਕਿਉਰਿਟੀ ਮਿਲੀ ਸੀ? ਇੰਦਰਾ ਜੀ, ਰਾਜੀਵ ਗਾਂਧੀ, ਉਹਦੇ ਬਾਅਦ ਜੋ ਕੁਝ ਵੀ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ, ਉਹਨਾਂ ਦੀ ਸਿਕਿਉਰਿਟੀ ਵਿਡਰਾ ਹੋ ਰਹੀ ਹੈ ਤੇ ਪ੍ਰਤਾਪ ਨੂੰ ਥ੍ਰੈਟ ਹੋਇਆ ਖੜਾ ਹੈ। ਅਗਰ ਉਹਨਾਂ ਨੂੰ ਥ੍ਰੈਟ ਸੀਗਾ, ਆਪ ਦੀ ਸਰਕਾਰ ਹੈ, ਕੈਪਟਨ ਅਮਰਿੰਦਰ ਸਿੰਘ ਜੀ ਨੂੰ ਇੱਥੇ ਕਹਿ ਦਿੰਦੇ ਵੀ ਮੇਰੀ ਸਿਕਿਉਰਿਟੀ ਪ੍ਰੋਵਾਈਡ ਕਰਵਾਓ। ਜਾ ਕੇ ਤੁਸੀਂ ਉੱਥੇ ਮਿਲ ਰਹੇ ਹੋ ਅਮਿਤ ਸ਼ਾਹ ਜੀ ਨੂੰ। ਅਮਿਤ ਸ਼ਾਹ ਜੀ ਨੇ ਕਿਹੜੇ ਕਾਂਗਰਸ ਦੇ ਲੀਡਰ ਦੀ ਸਿਕਿਉਰਿਟੀ ਉਹਨਾਂ ਨੇ ਪ੍ਰੋਵਾਈਡ ਕੀਤੀ? ਮੈਨੂੰ ਆਹ ਦੱਸ ਦਿਓ ਸਿਵਾਏ ਪ੍ਰਤਾਪ ਜੀ ਦੇ। ਪ੍ਰਤਾਪ ਤੇ ਕਿਹੜੇ ਦਿਨ ਤੁਸੀਂ ਸੁਣਿਆ ਵੀ ਪ੍ਰਤਾਪ ਦੱਸਣ ਦਾ ਸਹੀ ਕਾਹਦਾ ਥ੍ਰੈਟ ਉਹਨਾਂ ਨੂੰ? ਪ੍ਰਤਾਪ ਜੀ ਕਿਹਦੇ ਖਿਲਾਫ ਬੋਲੇ ਹੈ ਵੀ ਜਿਹਨਾਂ ਨੂੰ ਕੋਈ ਖਤਰਾ ਹੈ? ਕਿਹੜੀ ਆਰਗੇਨਾਈਜੇਸ਼ਨ ਦੇ ਖਿਲਾਫ ਬੋਲੇ ਹੈ? ਕਿ ਕਿਸ ਦੇ ਖਿਲਾਫ ਬੋਲੇ? ਉਹ ਬੋਲੇ ਤੇ ਸਿਰਫ ਕਾਂਗਰਸ ਦੇ ਖਿਲਾਫ ਬੋਲੇ ਹੈ, ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬੋਲੇ ਹੈ, ਪੰਜਾਬ ਕਾਂਗਰਸ ਸਰਕਾਰ ਦੇ ਖਿਲਾਫ ਬੋਲੇ ਹੈ। ਉਹਨਾਂ ਨੂੰ ਕਾਂਗਰਸ ਤੋਂ ਖਤਰਾ ਲੱਗਣ ਲੱਗੇ। ਸੋ ਲੈਟਸ ਬੀ ਆਨੈਸਟ, ਐਵੇਂ ਫਿਰ ਕਾਂਗਰਸ ਇਹਨੂੰ ਪਰਫਾਰਮੈਂਸ ਆਡਿਟ ਕਿਉਂ ਨਹੀਂ ਸਮਝ ਸਕਦੀ? ਪ੍ਰੀਸਾਈਜ਼ਲੀ ਮੈਂ ਜਿਹੜੀ ਗੱਲ ਤੁਹਾਨੂੰ ਕਹਿਣ ਲੱਗਿਆ ਸੀ, ਤੁਸੀਂ ਤੁਹਾਨੂੰ ਪੇਸ਼ੈਂਸ ਨਹੀਂ ਰੱਖਣਾ ਚਾਹੁੰਦੇ। ਮੈਂ ਕਹਿਣਾ ਪਰਫਾਰਮੈਂਸ ਆਡਿਟ ਦਾ ਸਮਾਂ ਜਿਹੜੀ ਮੈਂ ਰਿਪੋਰਟ ਮੈਡਮ ਨੂੰ ਲਿਖ ਕੇ ਭੇਜੀ ਹੈ ਵੀ ਅਸੀਂ ਅਮਿਤ ਸ਼ਾਹ ਨੂੰ ਦੋਸ਼ ਨਹੀਂ ਦੇ ਸਕਦੇ। ਅਮਿਤ ਸ਼ਾਹ ਨੂੰ ਤਾਂ ਦਾਤ ਦੇਣੀ ਆਪਾਂ ਨੇ ਵੀ ਉਹਨਾਂ ਨੇ ਬੰਦੇ ਨੂੰ ਪਛਾਣ ਲਿਆ ਵੀ ਕਿੰਨੀ ਕਮਜ਼ੋਰੀ ਹੈ, ਕਿੱਥੇ ਇਹਨਾਂ ਦਾ ਉਹ ਹੈਗੀ ਵੈਲਿਊ, ਕਿੰਨੀ ਕੀਮਤ ਨਾਲ ਇਹਨਾਂ ਦਾ ਇਮਾਨ ਖਰੀਦਿਆ ਜਾ ਸਕਦਾ ਹੈ। ਸਾਨੂੰ ਦੇਖਣਾ ਚਾਹੀਦਾ ਹੈ ਕਿ ਇਹ ਜੇ ਲੋਕ ਜਿਹੜੇ ਇੰਨੇ ਸਸਤੇ 'ਚ ਆਪਣਾ ਇਮਾਨ ਦਾ ਸੌਦਾ ਕਰ ਸਕਦੇ ਹੈ, ਉਹ ਇਸ ਆਪਣੀ ਪੋਲੀਟੀਕਲ ਹਾਇਰਾਰਕੀ 'ਚ ਇਹਦੇ ਉੱਤੇ ਕਿਵੇਂ ਪਹੁੰਚ ਗਏ? ਸੋ that audit needs to be, and that audit ਹੋਇਆ ਨਹੀਂ। ਇਸ ਕਰਕੇ ਅੱਜ ਦੇਖ ਲਓ ਸਾਡੀ ਕਾਂਗਰਸ, ਅਸੀਂ ਜਿਹੜੀ ਸਾਡੇ ਕੋਲ ਗਿਣੀ ਚੁਣੀ ਸਰਕਾਰਾਂ ਹੈਗੀਆਂ, ਰਾਜਸਥਾਨ 'ਚ ਜੋ ਕੁਝ ਹੋ ਰਿਹਾ ਤੁਹਾਡੇ ਸਾਹਮਣੇ ਹੈ, ਮੱਧ ਪ੍ਰਦੇਸ਼ 'ਚ ਜੋ ਹੋ ਗਿਆ, ਇੱਥੇ ਲੋਕ ਦੇ ਆਰ ਟ੍ਰਾਈਂਗ ਟੂ ਮਡਲ ਦਾ ਵਾਟਰ। ਇੱਕ ਗੱਲ ਮੈਂ ਤੁਹਾਨੂੰ ਦੱਸਦਾ, ਕਿਸੇ ਕੋ ਵਹਿਮ 'ਚ ਤੁਰਿਆ ਫਿਰਦਾ ਵੀ ਅਸੀਂ ਰਾਜਸਥਾਨ ਕਰ ਲਾਂਗੇ ਜਾਂ ਮੱਧ ਪ੍ਰਦੇਸ਼ ਕਰ ਲਾਂਗੇ, ਇਹ ਜਿਹੜੇ ਲੋਕ ਹੈ ਇਹਨਾਂ ਨਾਲ ਲੈ ਦੇ ਕੇ ਗਨਮੈਨ ਹੀ ਖੜੇ ਰਹਿ ਜਾਣਗੇ। ਸੋ let them, what they did is their own political judgment, but ਵਿਸ਼ਵਾਸਘਾਤ ਹੋਇਆ। They have betrayed their party, and more than that, they have betrayed the trust of Rahul Gandhi, especially ਜਿਸ ਚੀਜ਼ ਨੂੰ ਜਾਖੜ ਸਾਹਿਬ ਬਿਟਰੇਲ ਕਹਿ ਰਹੇ ਹੋ, ਜਿਸ ਚੀਜ਼ ਨੂੰ ਤੁਸੀਂ ਬਿਟਰੇਲ ਕਹਿ ਰਹੇ ਹੋ, ਪਰ ਆਮ ਤੌਰ ਤੇ ਜਿਹੜੇ ਦੂਸਰੇ ਪਾਸੇ ਤੁਹਾਡੇ ਸਾਹਮਣੇ ਉਹਦੀ ਜਿਹੜੇ ਬਿਆਨ ਆਉਂਦੇ ਨੇ, ਉਹਦੇ ਨਾਲ ਇਸ ਤਰ੍ਹਾਂ ਦੀ ਇਮੇਜ ਕ੍ਰੀਏਟ ਹੋ ਰਹੀ ਹੈ ਜਾਂ ਉਸ ਦਾ ਮੈਸੇਜ ਇਸ ਤਰ੍ਹਾਂ ਦਾ ਕਨਵੇ ਕੀਤਾ ਜਾ ਰਿਹਾ ਹੈ ਕਿ ਸ਼ਾਇਦ ਕੈਪਟਨ ਅਮਰਿੰਦਰ ਸਿੰਘ, ਮੈਂ ਸ਼ਾਇਦ ਸ਼ਬਦ ਦਾ ਇਸਤੇਮਾਲ ਕਰ ਰਿਹਾ, ਸ਼ਾਇਦ ਕੈਪਟਨ ਅਮਰਿੰਦਰ ਸਿੰਘ ਜਾਂ ਸੁਨੀਲ ਜਾਖੜ ਦੇ ਅੰਦਰ ਪਾਵਰ ਐਰੋਗੈਂਸ ਹੈਗੀ ਹੈ। ਅਗਰ ਜੇ ਅਸੀਂ, ਕਿਉਂਕਿ ਉਹ ਗੱਲ ਦਾ ਰੈਫਰੈਂਸ ਦਿੰਦੇ ਕਿ ਅਸੀਂ ਲੋਕਾਂ ਦੇ ਮੁੱਦੇ ਚੁੱਕ ਰਹੇ, ਜੇ ਅਸੀਂ ਲੋਕਾਂ ਦੇ ਮੁੱਦੇ ਚੁੱਕ ਰਹੇ ਹਾਂ ਤੇ ਇੱਕ ਵਿਦਿਨ ਪਾਰਟੀ ਵੀ ਡੈਮੋਕ੍ਰੇਸੀ ਹੁੰਦੀ ਹੈ, ਤੁਸੀਂ ਗੱਲ ਰੱਖ ਸਕਦੇ ਹੋ, ਸ਼ਾਇਦ ਉਹਨੂੰ ਦੂਸਰੇ ਪਾਸੇ ਨੂੰ ਲਿਜਾਇਆ ਜਾ ਰਿਹਾ, ਸੁਣਵਾਈ ਨਹੀਂ ਹੈਗੀ। ਸਮੋਕ ਸਕਰੀਨ ਪੈਦਾ ਕਰ ਰਹੇ। ਇੱਕ ਪਾਸੇ ਤਾਂ ਕਹਿ ਰਹੇ ਵੀ ਸੁਨੀਲ ਨੂੰ ਮੈਂ ਲੈ ਕੇ ਚੱਲਦਾ, ਮੈਂ ਤਾਂ ਠਾ ਦੇਣੇ ਜੀ ਸੋਨੀਆ ਜੀ ਕੋਲ ਜਾ ਵੜੂੰਗਾ। ਤੇ ਸੋਨੀਆ ਜੀ ਕੋਲ ਤਾਂ ਜਾਣਾ ਚਾਹੀਦਾ ਸੀ ਉਹਨਾਂ ਨੂੰ, ਜਾ ਕੇ ਗਵਰਨਰ ਕੋਲੋਂ ਇਨਫੋਰਸਮੈਂਟ ਡਾਇਰੈਕਟਰੇਟ ਦੀ ਰੇਡ ਮੰਗ ਰਹੇ ਹੈ ਪੰਜਾਬ ਸਰਕਾਰ ਦੇ ਖਿਲਾਫ, ਤੇ ਸੋਨੀਆ ਜੀ ਕੋਲ ਜਾ ਵੜਦੇ। ਇਫ ਹੀ ਹੈਡ ਕੰਪਲੇਂਟ ਅਗੇਂਸਟ ਸੁਨੀਲ ਨੂੰ ਗਵਰਨਰ ਸਾਹਿਬ ਨੇ ਤਾਂ ਨਹੀਂ ਬਦਲਣਾ, वो तो किसी ने मैंने तो बदलेंगे तो मैंने कह देना कि सुनील को उतारो, उसकी जगह प्रताप को बना दो, बना देना उन्होंने। ਤੇ ਇੱਥੇ ਗਵਰਨਰ ਸਾਹਿਬ ਕੋਲ ਕੀ ਲੈਣ ਗਏ? ਗਵਰਨਰ ਸਾਹਿਬ ਨੂੰ ਮੈਮੋਰੈਂਡਮ ਦੇ ਆਂਦਾ ਜੀ ਇਹ ਜਿਹੜੀ ਜੋ ਕੁਝ ਹੋਇਆ ਬੜਾ ਮੰਦਭਾਗਾ ਹੋਇਆ, ਪਲੀਜ਼ ਇਹਦੇ ਤੇ ਸਰਕਾਰ ਨੂੰ ਸਮੇਤੀਆਂ ਚਿੱਠੀਆਂ ਪੜੀਆਂ ਨਹੀਂ ਜਾਂਦੀਆਂ, ਸੁਣੀਆਂ ਨਹੀਂ ਜਾਂਦੀਆਂ, ਉਹ ਜਿੱਥੇ ਸੁਣੀ ਜਾਂਦੀ ਪੜ੍ਹੀ ਜਾਂਦੀ, ਮੈਂ ਉੱਥੇ ਦੇ ਦਿੱਤੀ। ਜਿੱਥੇ ਪੜ੍ਹੀਆਂ ਜਾਂਦੀਆਂ, ਇੱਕ ਪਾਸੇ ਅੱਜ ਕਹਿ ਰਹੇ ਸੀ ਵੀ ਮੈਂ ਗੰਨੇ ਵਾਸਤੇ ਲਿਖਿਆ ਤੇ ਗੰਨੇ ਦਾ ਕੰਪਨਸੇਸ਼ਨ ਮਿਲ ਗਿਆ, ਦੂਜੇ ਪਾਸੇ ਕਹਿੰਦੇ ਮੇਰੀਆਂ ਪੜ੍ਹੀਆਂ ਨਹੀਂ ਜਾਂਦੀਆਂ। ਤੁਸੀਂ ਹੁਣ ਰੋਜ਼ ਹੀ ਬੈਠੇ, ਮੈਂ ਇੱਕ ਗੱਲ ਜਿਹੜੀ ਬਾਜਵਾ ਸਾਹਿਬ ਤੁਸੀਂ ਪੰਜਾਬ ਦੀ ਗੱਲ ਕਿਉਂ ਨਹੀਂ ਕਰਦੇ? ਕੋਈ ਪੰਜਾਬ ਵਾਸਤੇ ਕਿਤੇ ਕੋਈ ਬੋਲੇ ਹੁੰਦੇ ਜਿਹੜਾ ਸਾਡਾ GST ਬਕਾਇਆ ਪਿਆ ਹੈ, ਸਾਡੇ ਵਾਸਤੇ ਆ ਜਿਹੜਾ ਹੁਣ ਕਾਲਾ ਕਾਨੂੰਨ ਆਇਆ ਹੈ, ਉਹਦੇ ਤੇ ਕੋਈ ਬੋਲੇ ਹੁੰਦੇ। ਕੋਈ ਸਾਰੇ ਨੁਕਸ ਇਹਨਾਂ ਨੂੰ ਕਾਂਗਰਸ 'ਚ ਨਜ਼ਰ ਆ ਰਹੇ। ਮੋਦੀ ਸਾਹਿਬ 'ਚ ਮੈਂ ਇੰਨੇ ਸਾਲਾਂ ਦੇ ਉੱਥੇ ਬੈਠੇ, ਕੋਈ ਵੀ ਨੁਕਸ ਨਜ਼ਰ ਨਹੀਂ ਆਇਆ। ਇੱਕ ਦਿਨ ਮੋਦੀ ਸਾਹਿਬ ਦੇ ਖਿਲਾਫ ਬੋਲੇ ਹੋ। ਅਮਿਤ ਸ਼ਾਹ ਜੀ ਪਾਲਿਸੀ ਤੁਸੀਂ ਛੱਡੋ, ਦਿਸ ਇਜ਼ ਅ ਅਪਰ ਹਾਊਸ, ਕਹਿੰਦੇ ਨੇ ਉੱਥੇ ਜਾ ਕੇ ਨੈਸ਼ਨਲ ਲੈਵਲ ਦੇ ਜਿਹੜੇ ਇਸ਼ੂਜ਼ ਹੈ, ਪਾਲਿਸੀਜ਼, ਫੰਡਾਮੈਂਟਲ ਇਸ਼ੂਜ਼ ਉੱਥੇ ਡਿਸਕਸ ਹੁੰਦੇ ਹੈ। ਆ 370 ਆ ਜਿਹੜੀ 5 ਤਰੀਕ ਨੂੰ ਇਹਨਾਂ ਨੇ ਹੁਣ ਕੀਤਾ ਹੈ, 1 ਸਾਲ ਹੋ ਗਿਆ। ਇੱਕ ਸਟੇਟ ਨੂੰ ਤੋੜ ਕੇ ਸੂਬੇ ਨੂੰ ਬਣਾ ਕੇ UT ਬਣਾਤਾ। ਅੱਜ ਹਿੰਦੁਸਤਾਨ ਦੀ ਹਰੇਕ ਮਿਨੋਰਿਟੀ ਕਮਿਊਨਿਟੀ ਆਪਣੇ ਆਪ ਨੂੰ ਬੈਬੀਅਤ ਮਹਿਸੂਸ ਕਰ ਰਹੀ ਹੈ। ਪ੍ਰਤਾਪ ਜੀ ਨੂੰ ਨਹੀਂ ਕੋਈ ਸਮਝ ਆਈ ਕਿ ਇਹਦੇ ਇੰਪਲੀਕੇਸ਼ਨ ਪੰਜਾਬ ਵਾਸਤੇ ਕੀ ਹੋ ਸਕਦੇ। ਇਹਨਾਂ ਨੂੰ ਨਹੀਂ ਸਮਝ ਆਈ ਕਿ ਇਹਦੇ ਕਾਂਗਰਸ ਦੀ ਪਾਲਿਸੀ ਜਿਹੜੀ ਸਾਡੀ ਫੈਡਰਲਿਜ਼ਮ ਦੀ ਪਾਲਿਸੀ ਹੈ, ਇਹਦੇ ਖਿਲਾਫ ਹੈ। ਉਹਨਾਂ ਨੂੰ ਦੁੱਲੋ ਸਾਹਿਬ ਨੂੰ, ਪ੍ਰਤਾਪ ਜੀ ਨੂੰ ਸਮਝ ਨਹੀਂ ਆਈ ਕਿ ਆ ਬਾਬਾ ਸਾਹਿਬ ਅੰਬੇਦਕਰ ਦੀ ਜਿਹੜੀ ਫੰਡਾਮੈਂਟਲ ਆਈਡੀਓਲੋਜੀ ਸੀ, ਉਹਨੂੰ ਅਕਾਨ ਕੀਤਾ ਜਾ ਰਿਹਾ। ਕਿਤੇ ਉੱਥੇ ਬੋਲੇ ਹੋਣ, ਆ ਜਿਹੜੀ ਹੁਣ ਪਾਲਿਸੀ ਆਈ ਹੈ ਐਜੂਕੇਸ਼ਨ ਪਾਲਿਸੀ, ਉਹਦੇ ਤੇ ਕਿਤੇ ਬੋਲੇ ਆ ਕਿਤੇ ਉਹਨਾਂ ਕੋਲ? ਮੈਂ ਦੁੱਲੋ ਸਾਹਿਬ ਦੇ ਬਿਆਨ ਸੁਣ ਰਿਹਾ ਸੀ, ਦੁੱਲੋ ਸਾਹਿਬ ਕਹਿ ਰਹੇ ਜੀ ਮੈਂ ਉਹਦੇ ਵਾਸਤੇ ਚਿੱਠੀ ਲਿਖੀ SC ਸਕਾਲਰਸ਼ਿਪ ਵਾਸਤੇ, ਪੋਸਟ ਮੈਟ੍ਰਿਕ ਸਕਾਲਰਸ਼ਿਪ।
ਦੁੱਲੋ ਸਾਹਿਬ ਭੁੱਲ ਰਹੇ ਆ ਤਾਂ ਸਮਾਂ ਉਹ ਇਸ ਗੋਟ ਕਾਟ ਅਪ ਜ਼ਿਆਦਾ ਕੋਈ ਭਾਵੁਕ ਐਕਸਾਈਟਿਡ ਹੋ ਗਏ ਇਸ ਚੱਕਰ 'ਚ ਤੇ ਉਹ ਭੁੱਲ ਗਏ ਵੀ ਆ ਤਾਂ ਜਿਹੜਾ ਮੋਦੀ ਸਾਹਿਬ ਦੀ ਸਰਕਾਰ ਨੇ ਆ ਕੇ ਕਿੱਲ ਠੋਕੇ ਦੇ ਪੱਟੀਆਂ ਦੇ ਅੰਦਰ ਜਿਵੇਂ ਕਹਿੰਦੇ ਕਫਨ ਦੇ ਵਿੱਚ ਕਿੱਲ ਮਾਰਿਆ ਇਹਨਾਂ ਨੇ। ਡਾਕਟਰ ਮਨਮੋਹਨ ਸਿੰਘ ਨੇ ਜਿਹੜੀ ਆ ਬਣਾਈ ਸੀ ਸਕਾਲਰਸ਼ਿਪ ਦਲਿਤ ਭਾਈਚਾਰੇ ਦੇ ਬੱਚਿਆਂ ਨੂੰ ਆਪਣੇ ਪੈਰਾਂ ਦੇ ਖੜੇ ਕਰਨ ਵਾਸਤੇ ਵੀ ਜੋ ਡਿਗਰੀ ਲੈਣਾ ਚਾਹੁੰਦੇ ਆ ਉਹਨੂੰ ਅਸੀਂ ਫੰਡ ਕਰਾਂਗੇ। 10% ਸਟੇਟ ਦਾ ਸੀਗਾ, 90% ਸੈਂਟਰ ਦਾ ਸੀਗਾ। ਮੋਦੀ ਸਾਹਿਬ ਨੇ ਆ ਕੇ ਪਲਟਤਾ ਵੀ ਸਟੇਟ ਜਾਣੇ ਤੇ ਦਲਿਤ ਜਾਣ। ਸਟੇਟ ਕੋਲ ਪਹਿਲਾਂ ਪੈਸੇ ਹੈ ਨਹੀਂ, ਇਹਦਾ ਮਤਲਬ ਤਾਂ ਪੰਜਾਬ ਦੀ ਨਾ ਨੌਮਨ ਤੇਲ ਹੋਗਾ ਨਾਰਾ ਤਾਂ ਨਾਚੇਗੀ। ਦੁੱਲੋ ਸਾਹਿਬ ਨੂੰ ਸਮਝ ਨਹੀਂ ਆਈ ਅਗਰ ਜਿਹੜੇ ਇੱਥੇ ਚਿੱਠੀਆਂ ਲਿਖ ਰਹੇ ਕਹਿਣ ਵਾਲਿਆਂ ਨੂੰ ਕਹਿੰਦੇ ਨੇ ਕਿਉਂਕਿ ਡਰਦੇ ਆ ਸਾਹਿਬ ਨੂੰ ਜਾਂ ਮਿਲੀ ਭਗਤ ਹੈ ਜਾਂ ਡਰਦੇ ਆ। ਇਨ ਬੋਥ ਵੇਜ਼ ਦੇ ਆਰ ਆਈ ਥਿੰਕ ਦੇ ਆਰ ਸੈਬੋਟੇਜਿੰਗ। ਡਰ ਕਿਸ ਚੀਜ਼ ਦਾ? ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਬੈਠੇ ਹੋ, ਸੱਤਾ ਦੀ ਪਾਰਟੀ ਦੇ ਉਹ ਐਮਪੀ ਰਾਜ ਸਭਾ ਮੈਂਬਰ ਨੇ, ਫਿਰ ਡਰ ਕਿਸ ਚੀਜ਼ ਦਾ? ਡਰ ਨਹੀਂ ਤਾਂ ਕੋਈ ਮਿਲੀ ਭਗਤ ਹੈ। ਤੁਸੀਂ ਆਪਣੇ ਆਪ ਜਵਾਬ ਦੇਈ ਜਾਂਦੇ ਹੋ। ਮੈਂ ਤਾਂ ਤੁਹਾਡੇ ਸਾਹਮਣੇ ਕੇਸ ਹੈ ਯਾਰ, ਡਰ ਹੈ। ਚਲੋ ਠੀਕ ਹੈ। ਫਿਰ ਉਹਨਾਂ ਨੂੰ ਮਿਲੀ ਇੱਕ ਬੜਾ ਤਿੱਖਾ ਐਲੀਗੇਸ਼ਨ ਸ਼ਮਸ਼ੇਰ ਸਿੰਘ ਦੂਲੋ ਨੇ ਲਾਇਆ। ਉਹ ਕਹਿੰਦੇ ਸੱਤਾ ਧਿਰ ਦੇ 70% ਜਿਹੜੇ ਐਮਐਲਏਜ਼ ਨੇ ਉਹ ਮਾਫੀਆ ਦੇ ਨਾਲ ਮਿਲੇ ਹੋਏ ਨੇ ਹੱਥ ਉਹਨਾਂ ਦੇ। ਕਦੋਂ ਰਿਲਾਈਜ਼ ਹੋਇਆ ਦੁੱਲੋ ਸਾਹਿਬ ਨੂੰ? 4 ਦਿਨ ਪਹਿਲਾਂ ਸੋਨੀਆ ਜੀ ਨਾਲ ਉਹਨਾਂ ਦੀ ਵੀਡੀਓ ਕਾਨਫਰੰਸਿੰਗ ਹੋਈ। ਮੇਰੇ ਤਾਂ 3.5-4 ਘੰਟੇ ਚੱਲੀ ਜੀ। ਉਹਦੇ ਇਮੀਡੀਏਟ ਬਾਅਦ ਸੋਨੀਆ ਜੀ ਜਾ ਕੇ ਹਸਪੀਟਲ 'ਚ ਐਡਮਿਟ ਹੋਈ ਹੈ ਤੇ 4 ਘੰਟੇ 'ਚ ਉਹਨਾਂ ਨੇ ਗੱਲ ਕਹਿ ਰਹੀ ਸੀ ਉੱਥੇ ਵੀ ਮੇਰਾ ਦਮ ਘੁੱਟ ਰਿਹਾ ਹੈ, ਤੁਸੀਂ ਬਦਲ ਦਿਓ। ਪਰ ਉਹਨਾਂ ਨੂੰ ਨਾ ਕਹਿ ਕੇ ਇੱਥੇ ਆ ਕੇ ਗਵਰਨਰ ਸਾਹਿਬ ਨੂੰ ਕਹਿ ਰਹੇ ਹੈ। ਗਵਰਨਰ ਸਾਹਿਬ ਨੂੰ ਨਹੀਂ ਕਿਹਾ ਤਾਂ ਬਾਅਦ 'ਚ ਜਦੋਂ ਆ ਗੱਲ ਆਈ ਫਿਰ ਉਹਨਾਂ ਨੂੰ ਯਾਦ ਆਇਆ ਤੇ ਸੁਨੀਲ ਤੇ ਇਲਜ਼ਾਮ ਲਾ ਲਓ, ਪਾਰਟੀ ਤੇ ਤਾਂ ਨਾ ਲਾਓ। ਸੁਨੀਲ ਨੂੰ ਚੰਗਾ ਮਾੜਾ ਕਹਿ ਲਓ। ਪਰ ਇਹ ਤੁਹਾਨੂੰ ਲੱਗਦਾ ਨਹੀਂ ਕਿ ਬੜਾ ਜ਼ਬਰਦਸਤ ਕੰਟਰਾਸਟ ਹੈਗਾ? ਕਿਸੇ ਸਮੇਂ ਰਾਹੁਲ ਗਾਂਧੀ ਹੁਣਾਂ ਦੀ ਇੱਕ ਸਟੇਟਮੈਂਟ ਬੜੀ ਚਰਚਾ 'ਚ ਆਈ ਸੀ, ਤੁਹਾਨੂੰ ਯਾਦ ਹੋਏਗਾ ਕਿ 70% ਲੋਕ ਪੰਜਾਬ ਦੇ ਵਿੱਚ ਨਸ਼ਾ ਕਰਦੇ ਨੇ। ਹੁਣ ਜਦੋਂ ਦੁਬਾਰਾ ਕਾਂਗਰਸ ਦੇ ਐਮਪੀ ਐਲੀਗੇਸ਼ਨ ਲਾਉਣ ਕਿ 70% ਐਮਐਲਏਜ਼ ਨਸ਼ੇ ਵਾਲਿਆਂ ਦੇ ਨਾਲ ਰਲੇ ਹੋਏ ਨੇ ਤੇ ਫਿਰ ਡੂ ਨਾਟ ਕੰਪੇਅਰ ਰਾਹੁਲ ਗਾਂਧੀ ਵਿਦ ਦਿਸ ਫੈਲੋ ਪਲੀਜ਼। ਦੇਖੋ, ਡੂ ਨਾਟ ਬਿਲਿਟਲ। ਮੈਂ ਸਟੇਟਮੈਂਟ ਕੰਪੇਅਰ ਕਰ ਰਿਹਾ, ਮੈਂ ਵਿਅਕਤੀਤਵ ਕੰਪੇਅਰ ਨਹੀਂ ਕਰ ਰਿਹਾ। they have changed their color। ਇੱਕ ਦਿਨ ਤੋਂ ਲੈ ਕੇ ਦੂਜੇ ਦਿਨ ਤੇ ਉਹਨਾਂ ਨੇ ਆਪਣੀ ਚੇਂਜ ਕਲਰ ਕਰ ਲਿਆ। they are not of this nature। ਉਹਨਾਂ ਨੂੰ ਦੇਖੋ ਪਾਰਟੀ ਦੇ ਜਿਹੜੇ ਹਿਤਕਾਰ ਹਨ ਉਹ ਦੇਖਣਾ ਚਾਹੀਦਾ। ਆਈ ਡੋਨਟ ਵਾਂਟ ਟੂ ਗੈਟ ਇਨਟੂ ਮਡ ਸਲਿੰਗਿੰਗ ਵੀ ਉਹਨਾਂ ਦਾ ਬੇਟਾ ਕਿਧਰੋਂ ਇਲੈਕਸ਼ਨ ਲੜਿਆ, ਜਿਹੜੇ ਐਡੇ ਸੱਚੇ ਕਾਂਗਰਸੀ ਹੈ ਜਿਹੜੇ ਅੱਜ ਨਸ਼ੇ ਦਾ ਦੇਖ ਰਹੇ ਆ। ਉਹਨਾਂ ਦੇ ਆਪ ਐਕਸਾਈਜ਼ ਮਿਨਿਸਟਰ ਰਹੇ ਆ, ਸ਼ਾਇਦ ਥੋੜਾ ਆਪ ਉਦੋਂ ਯਾਦ ਕਰ ਲੈਣ ਉਦੋਂ ਕਿਹੜਾ ਕੇਸ ਬਣਿਆ ਸੀ, ਕਦੋਂ ਗਵਰਨਰ ਸਾਹਿਬ ਕੋਲ ਜਾ ਕੇ ਕਿਵੇਂ ਜਾਨ ਛੁੱਟੀ ਹੈ, ਉਹ ਸਾਰੀਆਂ ਗੱਲਾਂ। ਬਟ ਦਿਸ ਇਜ਼ ਵਿਦਿਨ ਦਾ ਪਾਰਟੀ 'ਚ ਕਿਤੇ ਹਰ ਕਿਸਮ ਦੇ ਲੋਕ ਇੱਥੇ ਜੇ ਕਿਤੇ ਹੈ। ਪਰ ਉਹਦੇ ਤੇ ਅੱਜ ਉਹਨਾਂ ਦਾ ਬਣਦਾ ਸੀਗਾ ਵੀ ਜੋ ਮਾਨ ਸਤਿਕਾਰ ਬਖਸ਼ਿਆ ਉਹਨਾਂ ਨੂੰ ਪਾਰਟੀ ਨੇ। ਇੱਕ ਬੱਚਾ ਤੁਸੀਂ ਬਿਲਕੁਲ ਮੰਨੋਗੇ ਦੇ ਆਰ ਨਾਟ ਦੇਅਰ ਐਜ਼ ਅ ਪੀਪਲਸ ਰਿਪਰੈਜ਼ੈਂਟੇਟਿਵ, ਲੋਕਾਂ ਦੇ ਨੁਮਾਇੰਦੇ ਨਹੀਂ, ਪਾਰਟੀ ਦੇ ਨੁਮਾਇੰਦੇ ਹੈ। ਰਾਜ ਸਭਾ ਇਜ਼ ਨਾਟ ਅ ਡਾਇਰੈਕਟ ਇਲੈਕਸ਼ਨ ਜੀ। ਜਾਂ ਤਾਂ ਨਵਾਜਿਆ ਜਾਂਦਾ ਉਹਨਾਂ ਨੇ ਜੇ ਉਹਨਾਂ ਨੂੰ ਅਵਾਰਡ ਕਰਨਾ ਹੈ ਜਾਂ ਇਹਨਾਂ ਨੂੰ ਕੰਪਨਸੇਟ ਕੀਤਾ। ਫਿਰ ਇੰਨੀ ਅਸਹਿਜਤਾ ਕਿਉਂ ਹੈਗੀ ਹੈ ਉਹਨਾਂ ਦੇ ਅੰਦਰ? ਤੁਸੀਂ ਕੀ ਅਸੈਸ ਕੀਤਾ ਇਹਨੂੰ? ਕਿਉਂ ਹੈ? ਪੋਲੀਟੀਕਲ ਐਂਬੀਸ਼ਨ ਹੈ, ਹੋਰ ਕੀ ਹੈ? ਰਾਜ ਸਭਾ ਤੋਂ ਅੱਗੇ ਹੋਰ ਕੀ ਹੈ? ਹੋਰ ਤਾਂ ਉਹਨਾਂ ਨੂੰ ਐਸਾ ਆਇਆ ਵੀ ਅਸੀਂ ਉਦੋਂ ਦੇਖੋ ਉਦੋਂ ਬੜਾ ਟਫ ਕੰਟੈਸਟ ਸੀਗਾ। ਜਦੋਂ ਇਹ ਰਾਜ ਸਭਾ ਬਣੀ ਇਹਨਾਂ ਨੇ ਲੜ ਝਗੜ ਕੇ ਇਹਨਾਂ ਤੁਹਾਨੂੰ ਤਿਆਰ ਹੋ ਗਿਆ ਇਹਨਾਂ ਦਾ ਕਿੰਨਾ ਖੱਟੂ ਇਹਨਾਂ ਨੂੰ ਜਾ ਕੇ ਉੱਥੇ ਦੁੱਲੋ ਸਾਹਿਬ ਨੇ ਧਰਨਾ ਲਾਉਣ ਤੇ ਗਏ ਸੀ ਵੀ ਮੈਨੂੰ ਰਾਜ ਸਭਾ ਬਣਾਓ ਰਾਜ, ਕਿਉਂਕਿ ਇੱਥੇ ਇਲੈਕਸ਼ਨ ਉਦੋਂ ਲੱਗ ਰਹੇ ਸੀ ਵੀ ਬੜਾ ਟਫ ਕੰਟੈਸਟ ਹੋਊਗਾ। ਆਮ ਆਦਮੀ ਪਾਰਟੀ ਦੀ ਇੱਕ ਝੂਠੀ ਜਿਹੀ ਹਵਾ ਬਣੀ ਫਿਰਦੀ ਸੀ ਵਿਚ ਹੈਜ਼ ਬੀਨ ਐਕਸਪੋਜ਼ਡ। ਉਦੋਂ ਇਹ ਲੱਗਦਾ ਸੀ ਕੁਝ ਬਣਨਾ ਨਹੀਂ ਇੱਥੇ ਤੇ ਉਦੋਂ ਉਹਨਾਂ ਨੇ ਕਿਹਾ ਸੇਫ ਹੈਵਨ ਦੀ ਉੱਥੇ ਜਾ ਕੇ ਬਹਿ ਜਾਈਏ 5 ਸਾਲਾਂ 'ਚ ਆਮ ਆਦਮੀ ਪਾਰਟੀ ਦੀ ਹਵਾ ਨਿਕਲ ਜੂ, ਫਿਰ ਮੁੜ ਆਵਾਂਗੇ ਪ੍ਰਵਾਸੀ ਭਾਰਤੀਆਂ ਵਾਂਗੂ। ਸੋ ਦੈਟ ਇਜ਼ ਵਾਟ ਦੇ ਡਿਡ। ਬਟ ਨਾਓ ਦੇ ਰਿਅਲਾਈਜ਼ ਵੀ ਹੁਣ ਤਾਂ ਗੱਲ ਚਲੀ ਗਈ। ਹੁਣ ਜਦੋਂ ਦਾ ਕੈਪਟਨ ਸਾਹਿਬ ਦਾ ਬਿਆਨ ਆਇਆ ਨਾ ਵੀ ਮੈਂ ਦੁਬਾਰਾ 2022 ਦਾ ਇਲੈਕਸ਼ਨ ਲੜੂੰਗਾ, ਉਦੋਂ ਬਾਅਦ ਕੁਝ ਜ਼ਿਆਦਾ ਵਿਚਲਿਤ ਹੋ ਗਏ ਲੱਗਦੇ ਆ। ਕੁਛ ਇਹਨਾਂ ਨੇ ਰਾਜਸਥਾਨ ਜਬ ਘਟਨਾ ਵਾਪਰਦਾ ਦੇਖ ਲਈ, ਕੁਛ ਥਾਪੀ ਅਮਿਤ ਸ਼ਾਹ ਜੀ ਵਗੈਰਾ ਨੇ ਵੀ ਦੇ ਦਿੱਤੀ। ਉਹਨਾਂ ਦਾ ਦੇਖੋ ਅਸੀਂ ਉਹਨਾਂ ਨੂੰ ਬਲੇਮ ਨਹੀਂ ਕਰ ਸਕਦੇ, ਉਹ ਸਾਡੇ ਪੋਲੀਟੀਕਲ ਅਪੋਨੈਂਟ ਹੈ, ਉਹਨਾਂ ਨੇ ਸਾਡੀ ਹਰੇਕ ਕਮਜ਼ੋਰੀ ਐਕਸਪਲੋਇਟ ਕਰਨੀ ਹੈ। ਮੈਂ ਦਾਤ ਬਾਰ ਦੇ ਰਹੇ ਵੀ ਉਹਨਾਂ ਨੂੰ ਇਹ ਜਿਹਾ ਬੰਦਾ ਫੜ ਕੇ ਦੇਖ ਲਿਆ ਵੀ ਇੱਥੇ ਜਾ ਕੇ ਇਹਦੀ ਦੁੱਖ ਦੀ ਨਗਰ ਕਰਕੇ ਕਰ ਲਓ। ਸੋ ਬਟ ਦੇ ਹੈਵ देयर ਓਨ ਮੈਂਟਲ ਫੈਕਲਟੀ, ਨੂੰ ਦੇਖਣਾ ਚਾਹੀਦਾ ਦੇ ਆਰ ਬੀਇੰਗ ਯੂਜ਼ਡ ਤੇ ਉਸ ਨੂੰ ਦੇਖਦੇ ਜੋ ਕੁਝ ਕਰ ਰਹੇ। ਸੋ ਆਈ ਹੈਵ ਐਕਸਰਸਾਈਜ਼ ਮਾਈ ਜਜਮੈਂਟ। ਮੈਂ ਮੈਡਮ ਨੂੰ ਲਿਖਤਾ ਵੀ ਇਹਨਾਂ ਨੂੰ ਪਾਰਟੀ ਚੋਂ ਕੱਢਿਆ ਜਾਵੇ ਤਾਂ ਬਿਹਤਰ ਹੋਊਗਾ। ਇਹਨਾਂ ਦੇ ਭਰੋਸੇ ਜੇ ਆਪਾਂ ਕੱਲ ਰਾਜ ਸਭਾ 'ਚ ਕੋਈ ਕਾਨੂੰਨ ਰੋਕਣਾ ਚਾਹੁੰਦੇ ਆ, ਕਾਲਾ ਜਦੋਂ ਆਇਆ ਆਰਡੀਨੈਂਸਿਸ ਲੈਪਸ ਹੋਣਗੇ, ਇਹਨਾਂ ਨੂੰ ਕਾਨੂੰਨ ਦਾ ਦਿੱਤਾ ਜਾਊਗਾ, ਵਾਪਸ ਬਿੱਲ ਲੈ ਕੇ ਆਉਣਗੇ ਤਾਂ ਰਾਜ ਸਭਾ 'ਚ ਇਹਨਾਂ ਲੋਕਾਂ ਨੂੰ ਵੀ ਕੈਨ ਨਾਟ ਕਾਊਂਟ ਅਪਨ ਦੈਮ। ਇਹਨਾਂ ਤੇ ਭਰੋਸਾ ਨਹੀਂ ਵੀ ਇਹ ਸਾਡੇ ਨਾਲ ਖੜਨਗੇ ਜਾਂ ਕੋਈ ਹੋਰ। ਮੈਂ ਬਾਜਵਾ ਹੁਣਾਂ ਨੂੰ ਲੈ ਕੇ ਇੱਕ ਆਖਰੀ ਸਵਾਲ ਕਰਨਾ ਚਾਹੁੰਦਾ, ਉਸ ਤੋਂ ਇਲਾਵਾ ਸਵਾਲ ਹੋ ਰਹੇ।
ਇਹ ਸਾਰੇ ਘਟਨਾਕ੍ਰਮ ਦੇ ਵਿੱਚ ਜਿਹੜੀ ਸ਼ਬਦਾਵਲੀ ਦਾ ਇਸਤੇਮਾਲ ਹੋਇਆ, ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਵਰਗੇ ਸਟੇਚਰ ਦੇ ਲੀਡਰ ਜਿਹੜੇ ਪੰਜਾਬ ਦੇ ਸਭ ਤੋਂ ਵੱਡੇ ਫੇਸ ਨੇ, ਚਾਹੇ ਤੁਸੀਂ ਹੋਵੋ ਚਾਹੇ ਪ੍ਰਤਾਪ ਸਿੰਘ ਬਾਜਵਾ ਵੀ ਹੋਣ ਦੂਜੇ ਪਾਸੇ, ਤੁਸੀਂ ਵਿਭੀਸ਼ਣ ਕਿਹਾ ਔਰ ਅੱਜ ਪ੍ਰਤਾਪ ਸਿੰਘ ਬਾਜਵਾ ਹੋਣੀ ਜਦੋਂ ਉੱਥੇ ਪਹੁੰਚਦੇ ਨੇ ਤੇ ਉਹ ਕਹਿੰਦੇ ਨੇ ਕਿ ਸੁਨੀਲ ਜਾਖੜ ਸ਼ਕੁਨੀ ਨੇ, ਹਨਾ, ਉਹ ਕਹਿੰਦੇ ਵੀ ਮੇਰੇ ਰੌਲਾ ਪਾਉਣ ਤੋਂ ਬਾਅਦ ਕੁੰਭਕਰਨ 5 ਮਹੀਨੇ ਦੀ ਨੀਂਦ ਤੋਂ ਜਾਗਿਆ ਔਰ ਉੱਥੇ ਪਹੁੰਚਿਆ ਔਰ ਉਹਦੇ ਨਾਲ ਸ਼ਕੁਨੀ ਪਹੁੰਚੇ ਨੇ ਜਿਹੜੇ ਅੱਜ ਇਹਨਾਂ ਨੇ ਉਹ ਵੀ ਕਿਹਾ ਜੇ ਸ਼ਕਨੀ ਨਾ ਹੁੰਦਾ ਤਾਂ ਸ਼ਾਇਦ ਕਹਿੰਦਾ ਸਾਨੂੰ ਵਾਪਸ ਮਿਲਾ ਦੇਣਾ। ਹੁਣ ਉਹਨਾਂ ਨੂੰ ਪਾਰਟੀ ਦਾ ਮੋਹ ਵੀ ਮੈਨੂੰ ਲੱਗਿਆ ਵੀ ਕਿਤੇ ਵਾਪਸ ਜਾਗਣ ਲੱਗਿਆ ਵੀ ਕਿਸੇ ਨਾ ਕਿਸੇ ਤਰ੍ਹਾਂ ਮੈਂ ਘਰ ਵਾਪਸੀ ਕਰਾਂ। ਦੈਟ ਇਜ਼ ਆਲਸੋ ਦੇਖਣ ਦਾ ਨਜ਼ਰੀਆ। ਤੁਸੀਂ ਉਹਦਾ ਸਟੇਟਮੈਂਟ ਦਾ ਇੱਕ ਪੋਰਸ਼ਨ ਦੇਖ ਲਿਆ, ਮੈਂ ਦੂਜਾ ਪੋਰਸ਼ਨ ਦੇਖ ਰਿਹਾ ਵੀ ਸ਼ੁਕਨੀ ਨਾ ਹੁੰਦਾ ਤਾਂ ਕੋਈ ਹੋਰ ਹੁੰਦਾ ਤਾਂ ਸ਼ਾਇਦ ਕੋਸ਼ਿਸ਼ ਕਰਕੇ ਮੈਨੂੰ ਵਾਪਸ ਘਰੇ ਵਾੜ ਲੈਂਦਾ। ਮੈਂ ਆਪਣੀ ਜਿਹੜੀ ਜਜਮੈਂਟ ਹੈ ਵੀ ਇਸ ਕਿਸਮ ਦੇ ਲੋਕ ਬਾਹਰ ਜਾ ਕੇ ਅੰਦਰ ਆ ਕੇ, ਇੱਕ ਪਾਸੇ ਤਾਂ ਦੁੱਲੋ ਸਾਹਿਬ ਕਹਿੰਦੇ ਵੀ ਜੇ ਪਾਰਟੀ ਦੇ ਬਾਹਰੋਂ ਆਏ ਹੈ ਗਦਾਰ ਹੈ ਉਹਨਾਂ ਨੂੰ ਫੇਰ ਵਾੜ ਲੈਂਦੇ ਆ, ਦੂਜੇ ਪਾਸੇ ਹੈ ਪਾਰਟੀ ਦੇ ਪਿੱਠ 'ਚ ਛੁਰਾ ਮਾਰੀ ਜਾਂਦੀ ਹੈ। ਦੈਨ ਯੂ ਅਗੇਨ ਐਕਸਪੈਕਟ ਵੀ ਸੁਨੀਲ ਜਾਖੜ ਤੁਹਾਡੇ ਵਾਸਤੇ ਰੈੱਡ ਕਾਰਪਟ ਵਿਛਾ ਕੇ ਆ, ਕੋਈ ਅਕਾਲੀਆਂ ਵਾਲਾ ਕੰਮ ਤਾਂ ਹੈ ਨਹੀਂ ਵੀ ਤੁਸੀਂ ਜਾ ਕੇ ਰੈੱਡ ਕਾਰਪਟ ਵਿਛਾ ਕੇ ਜਾ ਵੜੇ ਅਕਾਲ ਤਖਤ ਤੇ ਗੁਪਤ ਮਾਫੀ ਮੰਗਿਆ ਹੈ। ਤੁਸੀਂ ਤਾਂ ਜਿਹੜਾ ਗੁਨਾਹ ਕੀਤਾ ਹੈ ਪਬਲਿਕ 'ਚ ਕੀਤਾ ਹੈ, ਪਾਰਟੀ ਦੇ ਨਾਲ ਐਡਾ ਵੱਡਾ ਘਾਣ ਕੀਤਾ ਹੈ, ਓਬਵੀਅਸਲੀ ਯੂ ਹੈਵ ਟੂ ਪੇ ਦਾ ਪ੍ਰਾਈਸ। ਐਟ ਲੀਸਟ ਦੈਟਸ ਵਾਟ ਆਈ ਥਿੰਕ। ਫੈਸਲਾ ਕਾਂਗਰਸ ਹਾਈ ਕਮਾਂਡ ਕੋਲ ਹੈ ਤੇ ਹਾਈ ਕਮਾਂਡ ਜਾਖੜ ਸਾਹਿਬ ਕਦੋਂ ਤੱਕ ਇਸ ਚੀਜ਼ ਦਾ ਫੈਸਲਾ ਹੁੰਦਾ ਔਰ ਤੁਸੀਂ ਮਤਲਬ ਪ੍ਰਾਈਮ ਫੇਸੀ ਕੀ ਦੇਖਿਆ ਕਿ ਹਾਈ ਕਮਾਂਡ ਦਾ ਨਜ਼ਰੀਆ ਕੀ ਹੈਗਾ ਇਸ ਚੀਜ਼ ਨੂੰ ਲੈ ਕੇ, ਕਿਉਂਕਿ ਉਹਨਾਂ ਨੂੰ ਇੱਕ ਵਾਰੀ ਦੇ ਤੇ ਹੱਥ ਲੱਗੇ ਹੋਏ ਆ ਜਿਸ ਤਰ੍ਹਾਂ ਦਾ ਐਲੀਗੇਸ਼ਨ ਤੁਸੀਂ ਲਾ ਰਹੇ ਹੋ। ਮੈਂ ਕਹਿ ਰਿਹਾ ਵੀ ਹਾਈ ਕਮਾਂਡ ਦਾ ਇਹ ਸਾਰੇ ਘਟਨਾ ਪ੍ਰਤਾਪ ਬਾਜਵਾ ਵਰਸਸ ਸੁਨੀਲ ਜਾਖੜ ਵਰਸਸ ਕੈਪਟਨ ਅਮਰਿੰਦਰ ਸਿੰਘ, ਇਹ ਜਿਹੜੀਆਂ ਦੋ ਧਿਰਾਂ ਨੇ ਇਹਨਾਂ ਨੂੰ ਲੈ ਕੇ ਹਾਈ ਕਮਾਂਡ ਦਾ ਨਜ਼ਰੀਆ ਕੀ ਹੈਗਾ? ਬੀਜੇਪੀ ਵਾਲਾ ਹੀ ਕੜੀ ਤੁਸੀਂ ਇਹਦੇ ਨਾਲ ਜੋੜ ਰਹੇ ਹੋ ਔਰ ਉਸੇ ਕੜੀ ਨੂੰ ਲੈ ਕੇ ਉਹਨਾਂ ਨੂੰ ਰਾਜਸਥਾਨ ਜਾਂ ਐਮਪੀ ਦੇ ਵਿੱਚ ਹਾਈ ਕਮਾਂਡ ਨੂੰ ਪਹਿਲਾਂ ਹੀ ਕਰੰਟ ਲੱਗ ਚੁੱਕਿਆ, ਹੁਣ ਉਹਨਾਂ ਦਾ ਨਜ਼ਰੀਆ ਇਸ ਘਟਨਾਕ੍ਰਮ ਦੇ ਬਾਰੇ ਕੀ ਹੈਗਾ? ਉਹਨਾਂ ਦਾ ਨਜ਼ਰੀਆ ਉਹ ਜਾਣ, ਮੈਂ ਤਾਂ ਇੰਨਾ ਕਹਿ ਸਕਦਾ ਜਿਹੜੀ ਫੈਕਟਸ ਹੁੰਦਾ ਸਾਰਾ ਵੀ। ਕੱਲ੍ਹ ਆਸ਼ਾ ਕੁਮਾਰੀ ਜਿਹੜੇ ਸਾਡੇ ACC ਇੰਚਾਰਜ ਹੈ ਇੱਥੇ ਆਏ ਸੀ, ਪਰਸੋਂ ਤੇ ਕੱਲ੍ਹ ਉਹਨਾਂ ਨੇ ਸਥਿਤੀ ਦਾ ਜਾਇਜ਼ਾ ਲਿਆ, ਸਾਰੀ ਰਿਪੋਰਟ ਉਹਨਾਂ ਨੇ ਦੇਖੀ ਹੈ, ਉਹ ਆਪਣੀ ਰਿਪੋਰਟ ਦੇ ਦੇਣਗੇ। ਜਿੱਥੇ ਤਾਈਂ ਬੀਜੇਪੀ ਦਾ ਸਵਾਲ ਹੈ, ਮੈਂ ਤੁਹਾਨੂੰ ਕਿਹਾ, ਮੈਂ ਬਾਰ-ਬਾਰ ਕਹਿ ਰਿਹਾ ਬੀਜੇਪੀ ਦਾ ਦੋਸ਼ ਹੀ नहीं है, दोष तो साढ़े अपने घर में तो डर तो अतिशय गुल से है, हमें पराए शब्दों का डर नहीं, डर तो अतिशय गुल से है। साढ़े को इतने किसी किस्म की राजस्थान वाली डावाडोल स्थिति है नहीं, बट हरेक जो अज मौका सी लड़ाई लड़न का, ਅਸੀਂ कोरोना ਦੇ ਉੱਤੇ ਵੀ ਆਰ ਦਾ ਲੀਸਟ ਮੋਰਟੈਲਿਟੀ ਰੇਟ ਇਨ ਸਾਰੀ ਦੁਨੀਆ। ਤੁਹਾਡੀ ਵੀ ਸੀਐਮ ਸਾਹਿਬ ਨਾਲ ਇਸ ਸਬੰਧ ਦੇ ਵਿੱਚ ਕੱਲ ਨੂੰ ਇੱਕ ਮੀਟਿੰਗ ਹੋਈ ਸੀਗੀ, ਜਿਹੜੀਆਂ ਚਰਚਾਵਾਂ ਨਿਕਲ ਰਹੀਆਂ ਨੇ ਉਹ ਨੇ ਕਿ ਉਹ ਬਹੁਤ ਚਿੰਤਿਤ ਹੈਗੇ ਨੇ ਇਸ ਚੀਜ਼ ਨੂੰ ਲੈ ਕੇ ਕਿ ਡੀਸਟੇਬਲਾਈਜ਼ ਕਰਨ ਦੀ ਜਿਹੜੀ ਕੋਸ਼ਿਸ਼ ਹੋ ਰਹੀ ਹੈ। there is no threat of destabilization। ਜਿਹੜੀ ਮੈਂ ਕਹਿ ਚੁੱਕਾ, ਜਿਹੜਾ ਕੋਲ 4 ਗਨਮੈਨ ਹੋਣ, ਗਨਮੈਨਾਂ ਨਾਲ ਡੀਸਟੇਬਲਾਈਜ਼ ਨਹੀਂ ਹੁੰਦੀ। ਸਾਡੀ ਪਾਰਟੀ ਇਜ਼ ਵੈਰੀ ਸਟੇਬਲ, ਦੈਟਸ ਨਾਟ ਐਨ ਇਸ਼ੂ। ਇਸ਼ੂ ਇਜ਼ ਵੀ ਇਹ ਬੀਜੇਪੀ ਨਾਲ ਜੇ ਰਲੇ ਉਹਨਾਂ ਦੀ ਬੋਲੀ ਬੋਲਦੇ, ਦੈਟ ਇਜ਼ ਵਨ ਥਿੰਗ। ਪਰ ਜਿਹੜਾ ਇਹਨਾਂ ਨੇ ਜਾ ਕੇ ਕੰਮ ਕੀਤਾ ਹੈ ਆਪਣੀ ਪਾਰਟੀ ਦੇ ਖਿਲਾਫ, ਜਿਹੜੀ ਹੈ ਡਿਮਾਂਡ ਈਡੀ ਦੀ ਤੇ CBI ਦੀ ਰੱਖੀ ਹੈ, ਉਸ CBI ਦੀ ਇਹਨਾਂ ਨੇ ਡਿਮਾਂਡ ਰੱਖੀ ਹੈ, ਜਿਹੜੀ CBI ਨੇ ਆਲਰੇਡੀ ਜਿਹੜੇ ਕੇਸਿਸ ਦੇਖੋ, ਬੇਅਦਬੀ ਦੇ ਜਿਹੜੇ ਕੇਸਿਸ ਸੀਗੇ, ਸੈਕਟਰੀ ਦੇ ਕੇਸ ਸੀ, ਗੁਰੂ ਗ੍ਰੰਥ ਸਾਹਿਬ ਦੀ ਚੋਰੀ, ਬੇਅਦਬੀ, ਬਾਈਬਲ ਕਲਾ ਕਾਂਡ, ਉਹਨਾਂ ਨੂੰ ਉਹ ਕਲੋਜ਼ਰ ਰਿਪੋਰਟ ਦੇਈ ਜਾਂਦੇ ਆ ਤੇ ਤੁਸੀਂ ਜਾ ਕੇ ਉਹਨਾਂ ਤੋਂ ਡਿਮਾਂਡ ਕਰੀ ਜਾਂਦੇ ਹੋ। ਯੂ ਆਰ ਸਪੋਰਟਿੰਗ ਦਾ ਅਕਾਲੀ। ਪਰ ਉਹਦੇ ਲਈ ਧਿਰ ਵੀ ਤੇ ਦੂਸਰੀ ਖੜੀ ਸੀ ਨਾ, ਉਹਦੇ ਲਈ ਉਹਦੇ ਬੇਅਦਬੀ ਦੇ ਜਾਂ ਸੈਕਟਰੇਜ ਦੇ ਜਿਹੜੇ ਐਲੀਗੇਸ਼ਨ ਸੀਗੇ ਉਹ ਤੁਹਾਡੀ ਵਿਰੋਧੀ ਪਾਰਟੀ ਦੇ ਅਗੇਂਸਟ ਸੀਗੇ, ਉਹਦਾ ਕਨੈਕਸ਼ਨ ਤੇ ਤੁਸੀਂ CBI ਨਾਲ ਜੋੜ ਸਕਦੇ ਹੋ ਵਾਇਆ BJP, ਕਾਂਗਰਸ ਦਾ ਕਿਵੇਂ ਜੋੜ ਸਕਦਾ? ਬਿਲਕੁਲ, ਦੈਟ ਮੀਨਸ ਕਿ ਤੁਸੀਂ ਮੰਨ ਰਹੇ ਹੋ ਕਿ CBI ਉਹਨਾਂ ਦੇ ਕਹਿਣ ਨਾਲ ਚੱਲੀ ਜਾਂਦੀ ਹੈ, ਸੈਂਟਰ ਗਵਰਨਮੈਂਟ ਦੇ ਕਹਿਣ ਨਾਲ ਚੱਲੀ ਜਾਂਦੀ ਹੈ। ਮੇਰੇ ਮੰਨਣ ਨਾਲ ਕੋਈ ਫਰਕ ਨਹੀਂ ਪੈਂਦਾ, ਇਹ ਪੋਲੀਟੀਕਲ ਐਲੀਗੇਸ਼ਨ ਸੀ ਨਾ ਇਸ ਸਮੇਂ। ਐਗਜ਼ੈਕਟਲੀ ਦੇ ਆਰ ਗਿਵਿੰਗ ਆਪਣੀ ਸਾਡੀ ਸਰਕਾਰ ਦੀ ਗਰਦਨ ਉਹਨਾਂ ਨੂੰ ਪਕੜਾਉਣ ਨੂੰ ਤੁਰੇ ਫਿਰਦੇ, ਆਪਣੀ ਚੁਣੀ ਸਰਕਾਰ ਦੀ ਤੁਸੀਂ ਜਿਹੜੀ ਜਿਹਨੂੰ ਕੱਲ ਤਾਂ ਹੀ ਇਹ ਖੜੇ ਹੋ ਕੇ ਕਹਿੰਦੇ ਸੀ ਵੀ ਕਾਂਗਰਸ ਹਾਈ ਕਮਾਂਡ ਕਹਿ ਰਹੀ ਹੈ CBI ਤਾਂ ਹੁਣ ਤਾਂ ਕਲੀਅਰ ਹੋ ਗਿਆ। ਰਾਤ ਨੂੰ CBI ਰਾਤ ਦਫ਼ਤਰ 2 ਵਜੇ 3 ਵਜੇ BJP ਦੀ ਰੇਡ ਪੈਂਦੀ ਹੈ ਪੁਲਿਸ ਦੀ, ਦਿੱਲੀ ਪੁਲਿਸ ਦੀ, ਉਸ ਤੋਂ ਅਸੀਂ ਐਕਸਪੈਕਟ ਕਰਦੇ ਹਾਂ ਵੀ ਉਹ ਆ ਕੇ ਇੱਥੇ ਦੇ ਵਿਲ ਬੀ ਅ ਫੇਅਰ ਜੱਜ। ਬਿਲਕੁਲ ਜਿਹੜੇ ਹੈਗੇ BJP ਦੀ ਆਵਾਜ਼ ਬੋਲ ਕੇ, ਹੀ ਇਜ਼ ਐਕਟਿੰਗ ਐਜ਼ ਅ ਸਪੋਕਸਪਰਸਨ ਫॉर ਆਪੋਜੀਸ਼ਨ, BJP ਦੇ ਸਪੋਕਸਪਰਸਨ ਦੀ ਤਰ੍ਹਾਂ। ਅਕਾਲੀ ਅੱਜ ਸੁਖਬੀਰ ਬਾਦਲ ਤੇ ਪ੍ਰਤਾਪ ਬਾਜਵਾ ਦੋਨਾਂ ਦੇ ਬਿਆਨ ਦੇਖ ਲਓ, ਯੂ ਵਿਲ ਫਾਈਂਡ ਦੈਮ ਸਿਮਿਲਰ। ਦੋਨੋਂ ਅੱਜ ਕਾਂਗਰਸ ਸਰਕਾਰ ਨੂੰ, ਕੈਪਟਨ ਸਾਹਿਬ ਨੂੰ ਨਿੰਦੀ ਜਾਂਦੇ, ਫਿਰ ਜਾ ਕੇ ਉਹਨਾਂ ਨੂੰ ਜੁਆਇਨ ਕਰ ਲਓ। ਵਾਈ ਦਿਸ ਪ੍ਰੀਟੈਂਸ ਕਿ ਮੈਂ ਅਸੀਂ ਤਾਂ ਸੱਚੇ ਕਾਂਗਰਸੀ ਹਾਂ ਤੇ ਪਰ ਕਾਂਗਰਸ ਮਾੜੀ ਹੈ, ਦੈਨ ਲੀਵ ਇਟ। ਤੁਸੀਂ ਸੁਖਬੀਰ ਬਾਦਲ ਦਾ ਜ਼ਿਕਰ ਕੀਤਾ, ਸੁਖਬੀਰ ਬਾਦਲ ਹੁਣਾਂ ਨੇ ਵੀ ਅੱਜ ਧਰਨੇ ਪ੍ਰਦਰਸ਼ਨ ਕੀਤੇ ਆ ਪੰਜਾਬ ਭਰ ਦੇ ਵਿੱਚ, ਚੰਡੀਗੜ੍ਹ 'ਚ ਵੀ ਧਰਨਾ ਹੋਇਆ ਔਰ ਪਟਿਆਲੇ CM ਸਿਟੀ ਦੇ ਵਿੱਚ ਵੀ ਧਰਨੇ ਪ੍ਰਦਰਸ਼ਨ ਹੋਏ ਹੈਗੇ। ਉਹ ਕਹਿ ਰਹੇ ਵੀ ਉਹ ਡਾਇਰੈਕਟਲੀ ਕਾਂਗਰਸ ਦੇ MLAs ਦਾ ਨਾਂ ਲੈ ਰਹੇ ਔਰ ਕਹਿੰਦੇ ਇਸੇ ਲਈ CBI ਇਨਕੁਆਇਰੀ ਤੋਂ ਡਰ ਰਹੇ ਆ ਕਿ ਸਾਡੇ MLA ਫੜੇ ਜਾਣਗੇ।
ਦੇਖੋ ਅੱਜ ਦੋ ਧਰਨੇ ਹੋਏ ਸਭ ਦੋਨੋਂ ਧਰਨਿਆਂ ਤੇ ਮੈਂ ਅੱਡ ਕਮੈਂਟ ਕਰਨਾ ਚਾਹਾਂਗਾ ਦੋਨੋਂ ਧਰਨੇ ਜਿਹੜੇ ਹੈ ਦੇਖੋ ਮੈਂ ਇਸ ਕਰਕੇ ਵੀ ਆਪੋਜੀਸ਼ਨ ਹੈ ਉਹਨਾਂ ਨੂੰ ਮੈਂ ਨਿੰਦਣ ਲੱਗ ਜਾ ਆਪੋਜੀਸ਼ਨ ਹੈ ਆਪੋਜੀਸ਼ਨ ਦਾ ਰੋਲ ਹੈ ਸਰਕਾਰ ਦੀ ਕਿਤੇ ਕੋਈ ਕਮਜ਼ੋਰੀ ਹੈ ਉਹਨੂੰ ਹਾਈਲਾਈਟ ਕਰਨ ਬਟ ਦੇयर ਇਜ਼ ਸਮਥਿੰਗ ਵੈਰੀ ਆਡ ਤੁਹਾਨੂੰ ਵੀ ਮਹਿਸੂਸ ਹੋਇਆ ਵੀ ਇੱਥੇ ਜਿਹੜਾ ਰਾਜ ਭਵਨ ਦੇ ਸਾਹਮਣੇ ਧਰਨਾ ਹੋ ਰਿਹਾ ਹੈ ਨਸ਼ੇ ਦੇ ਖਿਲਾਫ ਇੱਥੇ ਵਾਲਾ ਨਸ਼ੇ ਦੇ ਖਿਲਾਫ ਜੀ ਲੀਡ ਕੌਣ ਕਰ ਰਿਹਾ ਸਰਦਾਰ ਵਿਕਰਮ ਸਿੰਘ ਮਜੀਠੀਆ ਮੈਂ ਅੱਜ ਬਲਵਿੰਦਰ ਸਿੰਘ ਭੁੰਦੜ ਵੀ ਨਾਲ ਸੀਗੇ ਜੀ ਭੁੰਦੜ ਸਿੰਘ ਇਜ਼ ਐਨ ਅਪੈਂਡਿਕਸ ਦੈਟਸ ਉਹਦੇ ਬਾਅਦ ਚ ਜਿਹਨੂੰ ਐਸਟ੍ਰਿਕਸ ਲਾ ਦਿੰਦੇ ਨੇ ਉੱਤੇ ਬੰਦਾ ਕੋਈ ਸਿਆਣਾ ਵੀ ਨਾਲ ਭੇਜ ਦਿਓ ਬਰਾਤ ਦੇ ਉਸ ਹਿਸਾਬ ਨਾਲ ਉਹਨਾਂ ਨੇ ਕਿਤੇ ਭੇਜਤਾ ਮੈਨੂੰ ਅਗਰ ਬਾਦਲ ਸਾਹਿਬ ਅੱਜ ਪੂਰੀ ਤਰ੍ਹਾਂ ਐਕਟਿਵ ਹੁੰਦੇ ਜਾਂ ਕਰੋਨਾ ਕਰਕੇ ਜੇ ਨਾ ਘਰੇ ਬੈਠੇ ਹੁੰਦੇ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਸਰ ਸਾਡਾ ਰਾਜਨੀਤਿਕ ਵਿਰੋਧ ਹੈ ਪਰ ਉਹਨਾਂ ਨੇ ਨਹੀਂ ਸੀ ਹੋਣ ਦੇਣਾ ਉਹਨਾਂ ਨੇ ਕਹਿਣਾ ਸੀ ਵੀ ਕਾਕਾ ਜੀ ਇਹਨੂੰ ਸੁਖਬੀਰ ਇਹਨੂੰ ਆਪਣੇ ਮਜੀਠੀਆ ਸਾਹਿਬ ਨੂੰ ਤੇਰੇ ਨਾਲ ਉੱਥੇ ਲੈ ਜਾ ਇੱਥੇ ਨਸ਼ੇ ਵਾਲੇ ਕੰਮ 'ਚ ਨਾ ਭੇਜ ਬਿਕੋਜ਼ ਜਦੋਂ ਇਹ ਇੱਥੇ ਆਉਂਦੇ ਆ ਨਸ਼ੇ ਨੂੰ ਲੈ ਕੇ ਬਹੁਤ ਸਾਰੇ ਸਵਾਲ ਖੜੇ ਹੋ ਜਾਂਦੇ ਵੀ ਅੱਜ ਜਦੋਂ ਗਏ ਸੀਗੇ ਜਦੋਂ ਕਹਿ ਰਹੇ ਸੀ ਐਮਐਲਏ ਤੇ ਇਲਜ਼ਾਮ ਲੱਗ ਰਹੇ ਆ ਇਹਨਾਂ ਨੂੰ ਤਾਂ ਖੁਦ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਬੁਲਾ ਕੇ ਇੰਟਰੋਗੇਟ ਕੀਤਾ ਹੈ ਉਹ ਫਾਈਲ ਅਜੇ ਵੀ ਬਾਕੀ ਪਈ ਹੈ ਉਹੀ ਗੱਲ ਮੈਂ ਬਾਜਵਾ ਸਾਹਿਬ ਨੂੰ ਪੁੱਛੀ ਜਾਂਦਾ ਸੀ ਕਿ ਤੁਸੀਂ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਜਦੋਂ ਗੱਲ ਕਰੇ ਗਵਰਨਰ ਸਾਹਿਬ ਕੋਲ ਤਾਂ ਵੀ ਕਹਿ ਦੇਣਾ ਸੀਗਾ ਵੀ ਉਹ ਫਾਈਲ ਛੇਤੀ ਨਿਬੇੜੋ ਜੀ ਆ ਤਾਂ 111-12 ਸਾਡੇ ਇੱਕ ਬੰਦਾ ਮਰਨਾ ਸਾਡੇ ਵਾਸਤੇ ਬੜੇ ਦੁੱਖ ਦੀ ਸ਼ਰਮ ਹੋ ਗਏ ਸੀ 121 ਸਾਡੇ ਵਾਸਤੇ ਇੱਕ ਬੰਦਾ ਸਾਡੇ ਵਾਸਤੇ ਪਾਰੀ ਹੈ ਪਰ ਇਹਨਾਂ ਨੇ 10 ਸਾਲਾਂ ਦੇ ਹਜ਼ਾਰਾਂ ਬੱਚੇ ਨਸ਼ੇ ਚਿੱਟੇ ਨੂੰ ਲੈ ਕੇ ਮਰੇ ਹੈ ਉਹ ਬੰਦੇ ਜਾ ਕੇ ਨਸ਼ੇ ਦੇ ਖਿਲਾਫ ਕਰ ਰਹੇ ਸੀ ਨਾਟ ਸਮਥਿੰਗ ਐਨ ਆਇਰਨੀ ਔਰ ਕਰੂਅਲ ਜੋਕ ਬਹੁਤ ਹੀ ਮਤਲਬ ਮਜ਼ਾਕ ਨਹੀਂ ਹੈ ਤਾਂ ਬਹੁਤ ਜ਼ਖਮਾਂ ਤੇ ਨਮਕ ਛਿੜਕਣ ਵਾਲੀ ਗੱਲ ਕੀਤੀ ਇੱਕ ਤਾਂ ਇਹਨਾਂ ਨੇ ਕੀਤੀ ਪਰ ਇਹਨੂੰ ਕਿਵੇਂ ਦੇਖਿਆ ਜਿਹੜਾ ਸੁਖਬੀਰ ਬਾਦਲ ਕਹਿ ਰਿਹਾ ਕਿ ਆਪਣੇ ਐਮਐਲਏ ਨੂੰ ਬਚਾਉਣ ਦੇ ਲਈ ਸੀਬੀਆਈ ਇਨਕੁਆਇਰੀ ਤੋਂ ਕਹਿ ਰਿਹਾ ਤੁਸੀਂ ਆਪਣੇ ਐਮਐਲਏ ਬਚਾਉਣ ਨੂੰ ਛੱਡੋ ਵੀ ਇਹ ਕਿਹੜੇ ਮੂੰਹ ਨਾਲ ਇੱਥੇ ਆਏ ਆ ਪਹਿਲਾਂ ਸੁਖਬੀਰ ਬਾਦਲ ਨੇ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਇਨਕੁਆਇਰੀ ਕਿਉਂ ਨਹੀਂ ਚਾਲੂ ਕਰਵਾਈ ਉੱਥੇ ਜਿਹੜੀ ਅੱਜ ਸੀਬੀਆਈ ਮੰਗੀ ਜਾਂਦੀ ਹੈ ਕਹਿ ਦਿੰਦੇ ਅਮਿਤ ਸ਼ਾਹ ਜੀ ਨੂੰ ਵੀ ਨਵੇੜੋ ਜੀ ਕੰਮ ਮੇਰੇ ਇਹਨਾਂ ਨੂੰ ਵਿਕਰਮ ਜੀ ਨੂੰ ਯਾਦ ਕਲੀਨ ਚਿੱਟ ਦਵਾ ਦਿਓ ਪਰ ਰੋਕੀ ਬੈਠੇ ਸੈਕਿੰਡ ਇਹ ਤਾਂ ਇੱਕ ਔਡ ਸਿਚੁਏਸ਼ਨ ਸੀਗੀ ਜੋ ਕੁ ਸੁਖਬੀਰ ਬਾਦਲ ਉੱਥੇ ਕਰ ਰਹੇ ਨੇ ਸਭ ਪਟਿਆਲੇ ਜ਼ਿਲ੍ਹੇ ਵਿੱਚ ਕੀਤਾ ਹੈ ਮੈਂ ਬੜੇ ਗੰਭੀਰਤਾ ਨਾਲ ਕਹਿ ਰਿਹਾ ਮੈਂ ਜਿਹੜੇ ਲਫ਼ਜ਼ ਤੁਸੀਂ ਕਹਿ ਦਿਓਗੇ ਵੀ ਇਹ ਤਾਂ ਤੁਹਾਨੂੰ ਸ਼ੋਭਾ ਨਹੀਂ ਦਿੰਦਾ ਬੜੇ ਸੋਚ ਸਮਝ ਕੇ ਜਦੋਂ ਮੈਂ ਵਿਭੀਸ਼ਣ ਕਿਹਾ ਐਵੇਂ ਨਹੀਂ ਕਿਹਾ ਬੜੇ ਸੋਚ ਸਮਝ ਕੇ ਕਿਹਾ ਆਈ ਸਟਿਲ ਕਾਲ them they are senior I respect them but ਜਿਹੜੇ ਕੰਮ ਕੀਤੇ you have to bear your own burden of your sins I cannot carry their burden ਜੋ ਸੁਖਬੀਰ ਬਾਦਲ ਕਰ ਰਹੇ ਹੈ ਐਡਾ ਹੀ ਵੱਡਾ ਸਵਾਂਗ ਹੈ ਜਿੱਡਾ ਉਹਨੇ ਡੇਰੇ ਮੁਖੀ ਨੇ ਸਲਾਬਤ ਪੂਰੇ ਕੀਤਾ ਸੀਗਾ ਕਿਉਂ ਕੀ ਮੰਗ ਕਰ ਰਹੇ ਸੁਖਬੀਰ ਬਾਦਲ ਪਾਵਨ ਸਰੂਪ ਗੁਰੂ ਗ੍ਰੰਥ ਸਾਹਿਬ ਦਾ ਚੋਰੀ ਹੋ ਗਿਆ ਤੇ ਉਹਨੂੰ ਸਰਕਾਰ ਨੇ ਪਾਲਿਆ ਨਹੀਂ ਤੇ ਉਹਦੇ ਕਰਕੇ ਮੈਂ ਧਰਨਾ ਦੇ ਹੀ ਬੈਠਾ 2015 ਦੀ ਘਟਨਾ ਲੋਕ ਅਜੇ ਭੁੱਲੇ ਨਹੀਂ ਪਾਵਨ ਸਰੂਪ ਚੋਰੀ ਹੋਣ ਦੇ ਨਾਲ ਪਹਿਲਾਂ ਇੱਥੇ ਪੋਸਟਰ ਲੱਗੇ ਪਿੰਡਾਂ 'ਚ ਵੀ ਆ ਅਸੀਂ ਤੁਹਾਡਾ ਗੁਰੂ ਚੱਕ ਕੇ ਲੈ ਕੇ ਚੱਲੇ ਜੇ ਸਾਡੇ ਤੋਂ ਫੜਿਆ ਜਾਂਦਾ ਫੜ ਜੀ ਹੋਮ ਮਿਨਿਸਟਰ ਕੌਣ ਸੀਗੇ ਸਰਦਾਰ ਸੁਖਬੀਰ ਸਿੰਘ ਬਾਦਲ ਡਿਪਟੀ ਚੀਫ ਮਿਨਿਸਟਰ ਸਰਦਾਰ ਸੁਖਬੀਰ ਸਿੰਘ ਬਾਦਲ ਅਕਾਲੀ ਸਰਕਾਰ ਪੰਥਕ ਪਾਰਟੀ ਹੈ ਜਾਂ ਨਹੀਂ ਤੇ ਉਹਦੇ ਬਾਅਦ ਅੱਜ ਇੱਥੇ ਬੈਠੇ ਉਦੋਂ ਸੁਖਬੀਰ ਬਾਦਲ ਕਿਉਂ ਨਹੀਂ ਸੜਕਾਂ ਤੇ ਉਦੋਂ ਸੁਖਬੀਰ ਬਾਦਲ ਐਂਟਾਇਰ ਅਕਾਲੀ ਲੀਡਰਸ਼ਿਪ ਸਾਰੀ ਲੀਡਰਸ਼ਿਪ 1 ਮਹੀਨੇ ਤਾਈਂ ਨਜ਼ਰਬੰਦ ਸੀਗੀ ਆਪਣੇ ਘਰਾਂ ਦੇ ਅੰਦਰ ਕੋਠੀਆਂ ਦੇ ਅੰਦਰ ਨਜ਼ਰਬੰਦ ਜਿਵੇਂ ਕਹਿੰਦੇ ਨਾ ਹਾਊਸ ਅਰੈਸਟ ਦੇ ਅੰਦਰ ਸੀਗੇ ਬਾਦਲ ਸਾਹਿਬ ਜਿਹੜੇ ਹਰ ਟਾਈਮ 1 ਮਿੰਟ ਵੇਲਾ ਹੋਇਆ ਮੈਂ ਸੰਗਤ ਦਰਸ਼ਨ ਕਰਿਆ ਫਲਾਣੇ ਪਿੰਡ 'ਚ ਜਾ ਕੇ 1 ਮਹੀਨੇ ਤਾਈਂ ਅੰਦਰ ਬਹਿਣਾ ਪਿਆ ਉਹਨੂੰ ਮੈਨੂੰ ਅੱਜ ਵੀ ਯਾਦ ਹੈ ਪਹਿਲੀ ਦਫਾ ਮੈਨੂੰ ਪਹਿਲਾਂ ਦਾ ਪਤਾ ਨਹੀਂ 18 ਸਾਲ ਮੈਂ ਉਹਨਾਂ ਨੂੰ ਦੇਖਿਆ ਰਾਜਨੀਤੀ 'ਚ ਇੱਕ ਦਿਨ ਕਿਤੇ ਰੇਡੀਓ ਤੇ ਨਹੀਂ ਬੋਲੇ ਉਦੋਂ ਫਿਰ ਇਹਨਾਂ ਨੂੰ ਰੇਡੀਓ ਤੇ ਮੋਦੀ ਸਾਹਿਬ ਵਾਂਗੂ ਮਨ ਕੀ ਬਾਤ ਕਿਉਂਕਿ ਪਿੰਡਾਂ 'ਚ ਨਿਕਲ ਨਹੀਂ ਸਕੇ ਇੱਥੇ ਬੈਠੇ ਕਿ ਰੇਡੀਓ ਤੇ ਮੈਂ ਲੋਕਾਂ ਨਾਲ ਗੱਲ ਕਰੂੰਗਾ ਉਹ ਲੋਕ ਅੱਜ ਕਹਿ ਰਹੇ ਆ ਉਸ ਬੰਦੇ ਦੇ ਅਨੁਯਾਈਆਂ ਨੇ ਤੋ ਜਿਹਨੇ ਸਵਾਂਗ ਰਚਿਆ ਸੀਗਾ ਉਹ ਪੋਸਟਰ ਲਾ ਰਹੇ ਬਾਅਦ 'ਚ ਉਹਨਾਂ ਨੇ ਪੋਸਟਰ ਲਾਇਆ ਅਸੀਂ ਅੰਗ ਪਾੜਦੇ ਤੁਹਾਡੇ ਗੁਰੂ ਦੇ ਫਲਾਣੀ ਥਾਂ ਪਏ ਜਾ ਕੇ ਚੱਕ ਲਓ ਉਸ ਬੰਦੇ ਨੂੰ ਇਹਨਾਂ ਨੇ ਜਾ ਕੇ ਅਕਾਲ ਤਖਤ ਸਾਹਿਬ ਤੋਂ ਮਾਫੀਨਾਮਾ ਦਵਾਇਆ ਉਹ ਕਹਿੰਦਾ ਮੈਂ ਮਾਫੀ ਮੰਗੀ ਨਹੀਂ ਇਹਨਾਂ ਨੇ ਜਾ ਕੇ ਮਾਫੀਨਾਮਾ ਦਵਾਇਆ ਉਹਦੀ ਫਿਲਮ ਰਿਲੀਜ਼ ਕਰਵਾਈ ਉਸ ਤੋਂ ਪਹਿਲਾਂ 2012 'ਚ ਇਲੈਕਸ਼ਨਾਂ ਤੋਂ ਪਹਿਲਾਂ ਉਸੇ ਡੇਰੇ ਮੁਖੀ ਦੇ ਇਹਨਾਂ ਨੇ ਪਰਚੇ ਵਾਪਸ ਲਏ ਉਹਦੇ ਨਾਲ ਇਹਨਾਂ ਦੀ ਸਾਂਝ ਅੱਜ ਆਹ ਸਵਾਂਗ ਨਹੀਂ ਸਰ ਮੈਂ ਅੱਜ ਬੇਨਤੀ ਕਰਕੇ ਆਇਆ ਮੈਂ ਸੁਖਬੀਰ ਜੀ ਰਾਜਨੀਤੀ ਕਿਸੇ ਹੋਰ ਮੁੱਦੇ ਤੇ ਕਰ ਲਓ ਸਾਨੂੰ ਭੰਡ ਲਓ ਕਿਸੇ ਹੋਰ ਮੁੱਦੇ ਤੇ ਆ ਜਿਹੜਾ ਹੈ ਤੁਸੀਂ ਕੌਮ ਦੀ ਭਾਵਨਾਵਾਂ ਦੇ ਉੱਤੇ ਨੂਨ ਛਿੜਕ ਰਹੇ ਹੋ ਸੁਖਬੀਰ ਜੀ ਤੁਸੀਂ ਸਵਾਲ ਨਾ ਕਰੋ ਕਿਸੇ ਪੰਥਕ ਜਥੇਬੰਦੀ ਨੂੰ ਬਿਠਾ ਦਿਓ ਵੀ ਉਹ ਕੈਪਟਨ ਸਾਹਿਬ ਨੂੰ ਕਹਿੰਦੇ ਰਹਿਣ ਦੀ ਸਵਰੂਪ ਤੁਸੀਂ ਪਕੜਿਆ ਨਹੀਂ ਜੀ ਸੁਖਬੀਰ ਬਾਦਲ ਤੇ ਅਕਾਲੀ ਦਲ ਦੀ ਪ੍ਰੈਜ਼ੈਂਟ ਲੀਡਰਸ਼ਿਪ ਦੇ ਮੂੰਹ ਤੋਂ ਜੋ ਕੁਝ ਅੱਜ ਕਰ ਰਹੇ ਹੈ ਸ਼ੋਭਾ ਨਹੀਂ ਦਿੰਦੇ ਮੈਂ ਤਾਂ ਦੇਖੋ ਮੈਨੂੰ ਕਹਿਣਗੇ ਵੀ ਤੂੰ ਸਾਡੇ ਧਰਮ 'ਚ ਦਖਲ ਦੇਈ ਜਾਂਦਾ ਨਹੀਂ ਤਾਂ ਮੈਂ ਆਪ ਜੀ ਇੱਕ ਰਿਕੁਐਸਟ ਕਰਨੀ ਸੀ ਕਿ ਸੁਖਬੀਰ ਬਾਦਲ ਪਲੀਜ਼ ਤੁਸੀਂ ਨਾ ਬੈਠੋ ਲੀਡਰਸ਼ਿਪ ਪਾਸੇ ਹੋ ਜਾਓ
ਪੰਥਕ ਜਥੇਬੰਦੀਆਂ ਨੂੰ ਬੈਠਣ ਦੇ ਨਹੀਂ ਸ਼ੋਭਾ ਦਿੰਦਾ ਉਹਨਾਂ ਨੂੰ, ਉਹ ਜਵਾਬ ਦੇਣਾ ਇਹਨਾਂ ਗੱਲਾਂ ਦਾ। ਨਹੀਂ ਤਾਂ ਉਹ ਤੇ ਆਪਣੀ ਪਾਰਟੀ ਨੂੰ ਪੰਥਕ ਕਹਿੰਦੇ ਆ, ਹੁਣ ਤੇ ਗਾਤਰਾ ਪਾ ਕੇ ਘੁੰਮਦੇ ਨੇ ਉਹ। ਦਿਖਾਣਾ ਪੈਂਦਾ ਉਹਨਾਂ ਨੂੰ ਦਿਖਾਣਾ ਪੈਂਦਾ ਗਾਤਰਾ। ਦਿਸ ਇਜ਼ ਸੈਲਫ। ਦੇਖੋ ਮੇਰੇ ਤਾਂ ਹੈ ਨਹੀਂ ਸਿੱਖੀ ਸਰੂਪ, ਮੈਂ ਇਸ ਕਰਕੇ ਖੁੱਲ ਕੇ ਬੋਲ ਨਹੀਂ ਸਕਦਾ, ਪਰ ਜਿਹੜੇ ਬੰਦੇ ਨੂੰ ਬਟਨ ਖੋਲ ਕੇ ਤੇ ਦਿਖਾਣਾ ਪਵੇ ਗਾਤਰਾ ਵੀ ਮੈਂ ਸੱਚਾ ਸਿੱਖ ਹਾਂ ਸਾਹਿਬ, ਉਹ ਬੰਦੇ ਅੱਜ ਆਈ ਡੋਨਟ ਵਾਂਟ ਟੂ ਗੈਟ ਇਨਟੂ ਦਿਸ ਇਜ਼ देयर ਪਰਸਨਲ ਇਸ਼ੂ। ਪੰਥਕ ਮੁੱਦਿਆਂ 'ਚ ਮੈਂ ਨਹੀਂ ਦਖਲ ਕਰਨਾ ਚਾਹੁੰਦਾ, ਨਹੀਂ ਤਾਂ ਮੈਂ ਅੱਜ ਪਟਿਆਲੇ ਗਿਆ ਹੁੰਦਾ, ਹੱਥ ਜੋੜ ਕੇ ਬੇਨਤੀ ਕਰਦਾ ਸੁਖਬੀਰ ਜੀ ਮੇਰੇ ਨਾਲ ਇਹ ਪਾਰਟੀ ਨਾਲ ਥੋੜੀ ਜਾ ਕੇ ਸਾਨੂੰ ਹੋਰ ਕਿਤੇ ਪੜ ਲਓ, ਤੁਸੀਂ ਆ ਜਾਓ ਉੱਥੇ ਜਾ ਕੇ ਨਸ਼ੇ ਤੇ ਕਰਾ ਲਓ, ਉਹਨੂੰ ਆਪਣੇ ਲਿਆਓ। ਪਰ ਉਹਨਾਂ ਨੂੰ ਸ਼ੋਭਾ ਨਹੀਂ ਦਿੰਦਾ। ਅੱਜ ਜਦੋਂ ਅਸੀਂ ਨੇੜੇ ਪਹੁੰਚ ਗਏ ਸਾਹਿਬ ਵੀ ਉਹ ਜਿਹੜੇ ਸਾਜ਼ਿਸ਼ ਕਰਤਾ ਹੈ ਜਾਂ ਜਿਹੜਾ ਉਹ ਜਨਰਲ ਡਾਇਰ ਹੈ ਜਿਹਨੇ ਗੋਲੀ ਚਲਾਈ ਹੈ ਇੱਥੇ ਬਹਿਬਲ ਕਲਾਂ, ਤੁਸੀਂ ਸੀਬੀਆਈ ਨੂੰ ਲਿਆਏ ਇੱਥੇ, ਤੁਹਾਨੂੰ ਅਜੇ ਵੀ ਨਹੀਂ ਸ਼ਰਮ ਆਉਂਦੀ ਇਸ ਗੱਲ ਦੀ, ਤੇ ਅੱਜ ਬੈਠ ਕੇ ਇੱਥੇ ਕਹੀ ਜਾਂਦੇ ਹੋ ਸਾਨੂੰ ਸਬੂਤ ਚਾਹੀਦਾ। ਸਾਹਿਬ ਇਸ ਤਰ੍ਹਾਂ ਨਾ ਕਰੋ, ਮਜ਼ਾਕ ਨਾ ਬਣਾਓ। ਉਹ ਗੁਰੂ ਜਿੰਦੀ ਜਾਗਦੀ ਜੋਤ ਹੈ। ਪਲੀਜ਼ ਮੇਰੇ ਇੱਕ ਆ ਬੇਨਤੀ ਹੈ ਤੁਹਾਡੇ ਰਾਹੀਂ ਹੈ, ਰਾਜਨੀਤੀ ਕਰ ਲਓ ਸਾਡੇ ਤੋਂ ਪੰਜਾਬ 'ਚ, ਨਸ਼ੇ ਦੀ ਕਰ ਲਓ, ਰੇਤੇ ਦੀ ਕਰ ਲੈਣਗੇ, ਕਿਸੇ ਗੱਲ ਤੇ ਕਰਨਾ, ਸੁਨੀਲ ਤੇ ਕਰ ਲੈਣ, ਸੁਨੀਲ ਬਾਜਵਾ ਕਰੀ ਜਾਂਦੇ। ਹੁਣ ਤਾਂ ਵੈਸੇ ਸੁਖਬੀਰ ਜੀ ਨੂੰ ਕਰਨ ਦੀ ਲੋੜ ਹੀ ਨਹੀਂ, ਹੁਣ ਤਾਂ ਪ੍ਰਤਾਪ ਬਾਜਵਾ ਤੇ ਦੂਰੋਂ ਕੰਮ ਕਰੀ ਜਾਂਦੇ, ਉਹਨਾਂ ਨਾਲ ਕੋਈ ਡਿਬੇਟ ਦਾ ਕੰਮ ਦੀ ਲੋੜ ਹੀ ਨਹੀਂ, ਉਹਦਾ ਘਰੇ ਬਹਿ ਜਾਣ, ਇਹ ਦੋਨੋਂ ਸ਼ਿੰਗਾਰ ਕੇ ਛੱਡਦੇ ਦੋਨੋਂ ਕਰੀ ਜਾਂਦੇ। ਸੋ ਇਹ ਮੈਂ ਤੁਹਾਨੂੰ ਪੁੱਛਣਾ ਸੀ, ਏਡੀ ਵੱਡੀ ਟ੍ਰੈਜੇਡੀ ਹੈ ਪੰਜਾਬ ਦੀ ਜਿਹੜੀ ਕਦੇ ਵੀ ਨਹੀਂ ਹੋਈ, ਪਰ ਚਰਚਾ ਕੀ ਹੋ ਰਹੀ ਹੈ ਸਾਰੇ ਪੰਜਾਬ 'ਚ? ਸੁਨੀਲ ਜਾਖੜ ਵਰਸਸ ਪ੍ਰਤਾਪ ਬਾਜਵਾ, ਸ਼ਮਸ਼ੇਰ ਸਿੰਘ ਦੂਲੋ, ਇਹ ਤਾਂ ਨਾਲ ਦੇ ਇਸ਼ੂ ਤੋਂ ਡਿਫਲੈਕਟ ਹੋ ਗਿਆ। ਮੈਂ ਬਿਲਕੁਲ ਸਾਹਿਬ, ਮੈਂ ਇਹ ਤੱਕ ਮੈਨੂੰ ਅੱਜ ਦਾ ਦੋਸ਼ ਹੈ ਵੀ ਅਸੀਂ ਇਹਨਾਂ ਨੂੰ ਘੇਰ ਲਿਆ ਸੀਗਾ, ਸਾਡੇ ਇਹ ਨਾ ਆ ਗਏ ਸੀ ਕਿ ਅਸੀਂ ਇਹਨਾਂ ਨੂੰ ਜਵਾਬ ਮੰਗੀ ਜਾਂਦੇ ਹਾਂ, ਨਾ ਜੀ ਇਹਨਾਂ ਨੇ ਆ ਕੇ ਆ ਕਰ ਲਿਆ। ਮੈਂ ਜੇ ਵੀ ਕਹੀ ਜਾਂਦਾ ਵੀ ਸੁਨੀਲ ਤੁਹਾਡੇ ਅੱਖਾਂ 'ਚ ਜੇ ਸੂਰ ਵਾਂਗੂ ਚੁੱਭਦਾ ਪ੍ਰਤਾਪ ਜੀ ਦੁੱਲੋ ਸਾਹਿਬ, ਤੇ ਦੁੱਲੋ ਸਾਹਿਬ ਜਾ ਕੇ ਮਿਲ ਲਓ। ਜੇ ਕਹਿੰਦੇ ਨੇ ਵੀ ਮੈਂ ਹੁਣ ਜਾ ਵੜਦਾ ਮੈਡਮ ਕੋਲ, ਜਾ ਕੇ ਕਹਿ ਦੇ ਸੁਨੀਲ ਨੂੰ ਉਤਾਰੋ, ਆਪਣੀ ਅਸਰ ਸੂਰ ਦਾ ਇਸਤੇਮਾਲ ਕਰਨ, ਸੁਨੀਲ ਨੂੰ ਜਾ ਕੇ। ਪਰ ਇਹ ਗਨ ਫਾਇਰ ਤੇ ਤੁਸੀਂ ਕੀਤਾ ਨਾ ਜਾਖੜ ਸਾਹਿਬ ਸਭ ਤੋਂ ਪਹਿਲਾਂ। ਮੈਂ ਅਗਰ ਮੈਨੂੰ ਜਿਹੜੀ ਉਸ ਚੀਜ਼ ਤੇ ਬਿਠਾਇਆ ਹੈ, ਆਈ ਹੈਵ ਅ ਰਿਸਪੌਂਸਿਬਿਲਿਟੀ ਸਾਹਿਬ। ਮੈਂ ਕਿਸੇ ਤੋਂ ਪੁੱਛ ਕੇ ਨਹੀਂ ਕੀਤਾ ਵੀ ਮੈਨੂੰ ਕੱਢਾਂ ਨਾ ਕੱਢਾ, ਆਈ ਹੈਵ ਐਕਟਿਡ ਵਾਟ ਆਈ ਫੈਲਟ ਵਾਸ ਰਾਈਟ। ਮੈਂ ਇਸ ਬੰਦੇ ਨੂੰ ਇਸ ਤਰ੍ਹਾਂ ਤੁਸੀਂ ਖੁੱਲੀ ਨਕੇਲ ਦੇਈ ਜਾਓ, ਨਕੇਲ ਕਿੰਨੀ ਦੇ ਦਿੱਤੇ ਜਾਓਗੇ? ਕਿੰਨੀ ਵਾਰੀ ਚਿੱਠੀਆਂ ਲਿਖੀਆਂ ਨੇ ਐਵਰੀ ਟਾਈਮ, ਤੁਸੀਂ ਵੀ ਸ਼ਾਇਦ ਪੁੱਛਿਆ ਹੋਣਾ ਇੱਕ ਦੋ ਵਾਰੀ ਮੇਰੇ ਤੋਂ ਵੀ, ਅੱਜ ਇਹਨਾਂ ਚਿੱਠੀ ਲਿਖੀ ਹੈ ਕੁਐਸਚਨ ਲਾਉਂਗੇ। ਮੈਂ ਕਿਹਾ ਨਹੀਂ, ਇਹ ਸੀਨੀਅਰ ਹੈਗੇ, ਮੇਰੇ ਤੋਂ ਸੀਨੀਅਰ ਹੈ, AICC ਵਿਲ ਟੇਕ ਐਕਸ਼ਨ, ਬਟ ਆਈ ਕੈਨ ਓਨਲੀ ਆਸਕ them। ਵੀ ਇਹਨਾਂ ਨੂੰ ਮੈਂ ਬੇਨਤੀ ਕਰ ਸਕਦਾ ਵੀ ਮੇਰੇ ਤੋਂ ਜ਼ਿਆਦਾ ਤੁਸੀਂ ਕਾਂਗਰਸ ਦੇ ਕਨਸਟੀਟਿਊਸ਼ਨ ਨੂੰ ਸਮਝਦੇ ਹੋ, ਮਰਿਆਦਾ ਨੂੰ ਸਮਝਦੇ ਹੋ, ਉੱਥੇ ਜਾ ਕੇ ਗੱਲ ਕਰ ਲਓ, ਇੱਥੇ ਕਰਨ ਦੀ ਬਜਾਏ ਲੋਕਾਂ 'ਚ। ਪਰ ਤੁਹਾਨੂੰ ਲੱਗਦਾ ਨਹੀਂ ਬਾਜਵਾ ਤੁਹਾਨੂੰ ਲੱਗਦਾ ਨਹੀਂ ਕਿ ਜਾਖੜ ਸਾਹਿਬ ਕਿ ਤੁਹਾਡੇ ਪਾਰਟੀ ਦੇ ਰਾਜ ਸਭਾ ਮੈਂਬਰ ਅਗਰ ਲੈਟਰ ਲਿਖ ਰਿਹਾ ਤਾਂ ਉਹਨੂੰ ਕੰਸੀਡਰ ਕਰਨਾ ਚਾਹੀਦਾ? ਕਿਉਂਕਿ CM ਜਦੋਂ ਓਪਨਲੀ ਬਿਆਨ ਦਿੰਦੇ ਨੇ ਕਿ ਮੈਨੂੰ ਕੋਈ ਚਿੱਠੀ ਨਹੀਂ ਮਿਲੀ, ਜੇ ਮਿਲੀ ਹੁੰਦੀ ਮੈਂ ਪੜ੍ਹਦਾ ਨਹੀਂ। ਤੁਸੀਂ ਦੇਖੋ ਹਰੇਕ ਗੱਲ ਉਹਨਾਂ ਦੀ ਫੇਸ ਵੈਲਿਊ ਤੇ ਲੈ ਰਹੇ ਹੋ, ਜੋ ਪ੍ਰਤਾਪ ਨੇ ਕਹੀ, ਇੱਕ ਪਾਸੇ ਪ੍ਰਤਾਪ ਨਾਲ ਜਵਾਬ ਦਿਖਾਈ ਜਾਂਦਾ। ਨਹੀਂ, ਫੇਸ ਵੈਲਿਊ ਤੇ ਇਸ ਲਈ ਲੈ ਰਿਹਾ ਨੇ ਕਿਉਂਕਿ ਤੁਸੀਂ ਹੀ ਰਾਜ ਸਭਾ ਦੇ ਵਿੱਚ ਬਿਠਾਇਆ, ਕਾਂਗਰਸ ਨੇ ਰਾਜ ਸਭਾ ਦੇ ਵਿੱਚ। ਅਗਰ ਰਾਜ ਸਭਾ ਮੈਂਬਰ ਨਾ ਹੁੰਦੇ ਅਸੀਂ ਉਸ ਫੇਸ ਵੈਲਿਊ ਨੂੰ ਕੰਸੀਡਰ ਨਾ ਕਰਦੇ। ਮੈਂ ਤਾਂ ਤੁਹਾਨੂੰ ਕਹਿਤਾ ਵੀ ਐਸੇ ਕਰਕੇ ਤਾਂ ਮੈਂ ਕਹਿ ਰਿਹਾ, ਮੈਡਮ ਨੂੰ ਲਿਖਿਆ ਵੀ ਇਟ ਇਜ਼ ਟਾਈਮ ਟੂ ਇੰਟਰੋਸਪੈਕਟ, ਵੀ ਇਸ ਕਿਸਮ ਦੇ ਹਲਕੇ ਲੋਕ ਇੱਥੇ ਤਾਈਂ ਪਹੁੰਚ ਗਏ, ਹੁਣ ਵੀ ਟੁਲੇ ਮੇਰਾ ਦਾ ਕੁਝ ਨਹੀਂ ਵਿਗੜਾ। ਜਦੋਂ ਆਪਾਂ ਕਹਿ ਰਹੇ ਵੀ ਪਾਰਟੀ ਨੂੰ ਦੇਖੀਏ ਵੀ ਪਾਰਟੀ ਦੀ ਇੰਨੀ ਮਾੜੀ ਪੋਜੀਸ਼ਨ ਪੋਲੀਟੀਕਲੀ ਕਿਉਂ ਹੋ ਗਈ, ਸੋ ਲੈਟਸ ਸੀ ਵੀ ਮਾੜੇ ਬੰਦੇ ਇੰਨੇ ਉੱਤੇ ਹਾਇਰਾਰਕੀ 'ਚ ਨਾ ਪਹੁੰਚਣ। ਮੈਂ ਤਾਂ ਕਹਿ ਰਿਹਾ ਇਸ ਗੱਲ ਨੂੰ, ਸਾਡੀ ਕਮਜ਼ੋਰੀ ਹੈ। ਮੈਂ ਤਾਂ ਉਹਨਾਂ ਨੂੰ ਆਪ ਦਾ ਰੱਖੀਏ ਸੰਭਾਲ ਕੇ, ਅਗਲੇ ਨੂੰ ਚੋਰ ਰੱਖੀਏ ਨਾ। ਮੈਂ ਤਾਂ ਕਹਿ ਰਿਹਾ, ਮੈਂ ਤਾਂ ਆਪਣੇ ਸ਼ਾਹ ਜੀ ਨੂੰ ਦੋਸ਼ ਦਿੱਤਾ ਹੀ ਨਹੀਂ, ਮੈਂ ਤਾਂ ਆਪਣੇ ਕਹਿ ਰਿਹਾ ਵੀ ਆਪਾਂ ਨੂੰ ਸ਼ੀਸ਼ਾ ਦੇਖਣਾ ਚਾਹੀਦਾ ਵੀ ਇਹ ਲੋਕ ਵਾੜ ਰੱਖੇ ਹੈ ਜਿਹੜੇ ਐਡੇ ਐਡੇ ਪੋਜੀਸ਼ਨ ਤੇ ਪਹੁੰਚ ਗਏ, ਤੇ ਕਿੱਡੀ ਗੱਲ ਹੈ ਲੈ ਕੇ ਇਹਨਾਂ ਨੇ ਆ ਕੇ ਇੱਥੇ ਗਵਰਨਰ ਕੋਲ ਸਾਡੀ ਸਰਕਾਰ, ਉਹਨੇ ਕੀ ਕੀਤਾ ਸੀ, ਸਚਿਨ ਪਾਇਲਟ ਨੇ ਕੀ ਕੀਤਾ ਸੀ? ਉਹਨੇ ਤਾਂ ਕੁਝ ਵੀ ਨਹੀਂ ਕੀਤਾ। ਉਹ ਤਾਂ ਆਹੀ ਕਹਿ ਰਿਹਾ ਮੈਂ ਤਾਂ ਕਾਂਗਰਸੀ ਹਾਂ ਜੀ, ਮੈਂ ਤਾਂ ਸਰਕਾਰ ਦੀ ਵਰਕਿੰਗ ਦੇ ਖਿਲਾਫ ਹਾਂ। ਹਾਊ ਆਰ ਦੇ ਡਿਫਰੈਂਟ? ਉਹਨੇ ED ਦੀ ਤਾਂ ਮੰਗੀ ਨਹੀਂ ਸੀ, ED ਦਾ ਉਹਨਾਂ ਨੇ ਆਪ ਹੀ ਭੇਜਤੀ। ਇਹ ਸਾਡੇ ਵਾਲੇ ਬਿੱਲੀ ਉਸ ਤੋਂ ਇੱਕ ਸਟੈਪ ਅੱਗੇ ਚਲੇ ਗਏ ਵੀ ED ਕਰਕੇ ਜੇ ਸਰਕਾਰਾਂ ਡਿੱਗਦੀਆਂ ਇਹਨਾਂ ਨੇ ਚਾਹੁੰਦੇ ਠਾ ਦੇਣੇ ED ਜੀ ਕਹਿੰਦਾ। ਮੈਂ ਪ੍ਰਤਾਪ ਨੂੰ ਪੁੱਛਣਾ ਚਾਹੁੰਦਾ ਵੀ ED ਦੀ ਮੰਗ ਕੀਤੀ ਤੁਸੀਂ, ਨਾਲ ਆ ਵੀ ਕਹਿ ਦਿੰਦੇ ਸੀ ਵੀ ਆ ਜਿਹੜਾ ਜਲੰਧਰ ਵਾਲਾ ਕੇਸ ਪਿਆ ਹੈ ਵੀ ED ਖੋਲ ਦਿਓ। ਹੁਣ ਉਹਨਾਂ ਨੇ ਕਹਿਤਾ ਕੀ ਕਿਹਾ ਉਹ ਗਵਰਨਰ ਹਾਊਸ ਦੇ ਸਾਹਮਣੇ, ਕਹਿੰਦੇ ਮੈਂ ਹੁਣ ਗਵਰਨਰ ਸਾਹਿਬ ਨੂੰ ਮਿਲਿਆ, ਇਹਦੇ ਬਾਅਦ ਮੈਂ ਸੋਨੀਆ ਜੀ ਕੋਲ ਜਾਊਂਗਾ, ਉਹਦੇ ਬਾਅਦ ਮੈਂ ਅਮਿਤ ਸ਼ਾਹ ਜੀ ਕੋਲ ਜਾਊਂਗਾ, ਉਹਦੇ ਬਾਅਦ ਮੈਂ ਪ੍ਰਧਾਨ ਮੰਤਰੀ ਕੋਲ ਜਾਊਂਗਾ। ਤੇ ਤੁਸੀਂ ਸੋਨੀਆ ਜੀ ਕੋਲ ਪਹਿਲਾਂ ਜਾ ਵੜਦੇ, ਉਹਨਾਂ ਨੂੰ ਕਹਿੰਦੇ ਜੀ ਮੈਂ ਚੱਲਿਆ, ਮੇਰੇ ਹੁਣ ਨੱਕ ਤੋਂ ਪਾਣੀ ਉੱਤੇ ਨਿਕਲ ਗਿਆ, ਆਈ ਕੈਨ ਨਾਟ ਟੋਲਰੇਟ ਇਟ। ਮੈਡਮ ਆਪ ਹੀ ਕਹਿ ਦਿੰਦੇ ਵੀ ਜਾਂ ਤਾਂ ਪ੍ਰਤਾਪ ਅਸਤੀਫਾ ਦੇ ਜਾ, ਜਾਂ ਉਹ ਕਹਿ ਦਿੰਦੇ ਵੀ ਸ਼ਾਬਾਸ਼ ਤੈਨੂੰ ਜਾਣ ਦੀ ਲੋੜ ਨਹੀਂ, ਤੇ ਜਿਹੜੀ ਫੈਕਟਸ ਮੇਰੇ ਸਾਹਮਣੇ ਲੈ ਕੇ ਮੈਂ ਅਮਰਿੰਦਰ ਸਿੰਘ ਨੂੰ ਬੁਲਾ ਕੇ ਆਈ ਵਿਲ ਕਲੀਅਰ, ਅਦਰਵਾਈਜ਼ ਵੀ ਵਿਲ ਟੇਕ ਐਕਸ਼ਨ। ਪਰ ਨਹੀਂ, ਇਹ ਤਾਂ ਸਾਰੇ ਕੁਛ ਕੰਡੇ ਬੀਜ ਕੇ ਫਿਰ ਕਹਿੰਦੇ ਮੈਂ ਮੈਡਮ ਕੋਲ ਜਾਊਂਗਾ। ਕਿਉਂ, ਕਿਹੜੇ ਮੂੰਹ ਨਾਲ ਜਾਊਂਗਾ ਮੈਡਮ ਕੋਲ?
ਪਰ ਉਹ ਤੇ ਕੌਨਫੀਡੈਂਟ ਹੈ, ਕਹਿੰਦੇ ਮੇਰੇ ਨਾਲ ਚੱਲੋ ਦੇਖ ਲਾਂਗੇ ਘਰ ਕਿਹਨੂੰ ਵਾਰਡ ਰੱਖਦੇ ਔਰ ਬਾਹਰ ਕਿਹਨੂੰ ਕੱਢਦੇ। ਕਿਸੇ ਹੋਰ ਨੂੰ ਲੈ ਜਾਣ, ਮੈਨੂੰ ਤਾਂ ਉਹਨਾਂ ਨੂੰ ਨਾਲ ਜਾਣ ਦੀ ਲੋੜ ਹੈ ਨਹੀਂ। ਮੈਂ ਜਿਹਨੂੰ ਮਿਲਣਾ ਹੋਊਗਾ ਆਪੇ ਮਿਲੂਗਾ, ਜਿਹਨੇ ਮੈਨੂੰ ਮਿਲਣਾ ਹੋਊਗਾ ਮੈਨੂੰ ਆਪੇ ਕਹਿ ਦੇਣਗੇ ਵੀ ਆ ਜਾਓ, ਤੈਂ ਜੋ ਕੁਛ ਕੀਤਾ ਸੁਨੀਲ ਨੇ ਗਲਤ ਆ ਕੇ ਐਕਸਪਲੇਨ ਕਰੋ। ਆਈ ਐਮ ਵੈਰੀ ਸ਼ੋਰ ਵਟ ਆਈ ਹੈਵ ਡਨ ਇਜ਼ ਦ ਨੀਡ ਆਫ ਦ ਆਰ। ਇਹ ਜੇ ਲੋਕਾਂ ਨੂੰ ਪਾਰਟੀ ਦੇ ਅੰਦਰ ਪਾਰਟੀ ਦਾ ਕਾਡਰ ਨੂੰ ਡੀਮੋਰਲਾਈਜ਼ ਕਰਨ ਵਾਲੇ ਜਿਹੜੇ ਲੋਕ ਹੈ, ਦੇ ਆਰ ਐਕਟਿੰਗ ਐਜ਼ ਐਨ ਏਜੰਟ ਆਫ ਬੀਜੇਪੀ, of our opposition parties. They are speaking that ਅੱਜ ਅਕਾਲੀਆਂ ਦੀ ਬੀਜੇਪੀ ਦੀ ਬੋਲੀ ਬੋਲ ਰਹੇ ਹੈ। ਇਹਨਾਂ ਨੂੰ ਜਿੰਨਾ ਛੇਤੀ ਪਾਰਟੀ ਚੋਂ ਕੱਢ ਦੇਣਗੇ ਉਹਨਾਂ ਹੀ ਪਾਰਟੀ ਵਾਸਤੇ। ਜਾਖੜ ਸਾਹਿਬ, ਆਖਰੀ ਇੱਕ ਦੋ ਸਵਾਲ ਨੇ। ਪੰਜਾਬ ਦੀਆਂ ਡਿਸਟਿਲਰੀਆਂ ਨੇ, ਪੰਜਾਬ ਦੇ ਵਿੱਚ ਜਿੰਨੀਆਂ 16-17 ਡਿਸਟਿਲਰੀਆਂ ਹੈਗੀਆਂ ਨੇ, ਉਹਨਾਂ ਨੂੰ ਲੈ ਕੇ ਵੀ ਹੈਗਾ ਕਿ ਜਿਹੜੇ ਵੱਡੇ ਪਲੇਅਰ ਹੈਗੇ ਨੇ ਇਸ ਤੇ, ਉਹਨਾਂ ਦੀ ਕਿਸੇ ਤੇ ਵੀ ਹੱਥ ਨਹੀਂ ਪੈ ਰਿਹਾ ਜਾਂ ਸਰਕਾਰ ਉਸ ਚੀਜ਼ ਤੋਂ ਬਚ ਰਹੀ ਹੈ। ਫੜਿਆ ਕੀ ਜਾ ਰਿਹਾ, ਕੱਚੀ ਸ਼ਰਾਬ ਇੱਥੇ ਦੱਬੀ ਹੋਈ, ਉੱਥੇ ਪਾਣੀ 'ਚ ਦੱਬੀ ਹੋਈ, ਇੱਥੇ ਫਰਸ਼ ਪੱਟ ਕੇ ਤੇ ਰੱਖੀ ਹੋਈ, ਇਹ ਚੀਜ਼ਾਂ ਦੀ ਧੜ ਫੜ ਜਿਹੜੀ ਹੋ ਰਹੀ ਆ ਉਹ ਇਹਨਾਂ ਚੀਜ਼ਾਂ ਦੀ ਹੋ ਰਹੀ ਹੈ। ਕਿਆ ਤੁਸੀਂ ਅਸ਼ੋਰ ਕਰ ਸਕਦੇ ਹੋ ਕਿ ਜਿਹੜੇ ਵੱਡੇ ਪਲੇਅਰ ਹੈਗੇ ਨੇ ਉਹਨਾਂ ਦੇ ਉੱਤੇ ਵੀ ਹੱਥ ਪਾਉਣ ਦੀ ਸਰਕਾਰ ਦੀ ਮਨਸ਼ਾ ਹੈਗੀ ਹੈ? ਕਿਉਂਕਿ ਤੁਹਾਡੀ ਇਨਕੁਆਇਰੀ ਦੇ ਉੱਤੇ ਵੀ ਸਵਾਲ ਸਿਰਫ ਇਸੇ ਕਰਕੇ ਹੈਗੇ। ਸਾਡੀ ਇਨਕੁਆਇਰੀ ਜਿਹੜੀ ਅੱਜ ਦੇ ਦਿਨ ਕਹੂੰ ਜੀ, ਇਸ ਗੱਲ ਨੂੰ ਤੁਸੀਂ ਫੇਰ ਯਾਰ ਬੜੇ ਸੁਲਝੇ ਹੋਏ, ਤੁਸੀਂ ਪੱਤਰਕਾਰ ਹੋ, ਜਰਨਲਿਸਟ ਹੋ, ਜੋ ਕੁਝ ਮਸਲਾ ਹੋਇਆ ਆ ਇੱਕ ਸਪੂਰੀਅਸ ਲੀਗਰ ਕਰਕੇ ਹੈ, ਨਾ ਕਿ ਜਿਹੜੀ ਉੱਥੇ ਡਿਸਟਿਲਰੀਆਂ 'ਚੋਂ ਆ ਰਹੀ ਹੈ। ਪੇਂਟ ਨੂੰ ਜਿਹੜਾ ਥਿਨਰ ਇਸਤੇਮਾਲ ਕਰਦੇ ਆ ਉਹ ਵੇਚਿਆ ਗਿਆ। ਠੀਕ ਹੈ, ਤੁਸੀਂ ਜੋਸ਼ੀ ਦਾ ਰੈਫਰੈਂਸ ਦੇ ਰਹੇ ਹੋ, ਤੁਸੀਂ ਲੁਧਿਆਣੇ ਵਾਲੇ ਉਸ ਦੇ ਰਿਹਾ ਜਿਹੜੇ ਜਿਹਦੇ ਨਾਲ ਅੱਜ ਡੈਥਸ ਹੋਈਆਂ ਨਾ, ਉਹ ਕਹਿ ਰਹੇ। ਉਹਦੇ ਬਾਅਦ ਜਿਹੜਾ ਡਿਸਟਿਲਰੀ ਦਾ ਮਸਲਾ ਤੁਸੀਂ ਕਹਿ ਰਹੇ ਹੋ, ਉਹਦੇ ਵਿੱਚ ਐਕਸਾਈਜ਼ ਦੀ ਚੋਰੀ ਜਿਹੜੀ ਉਹ ਬਿਨਾਂ ਐਕਸਾਈਜ਼ ਪੇਮੈਂਟ ਨਾਲ ਕੋਈ ਮਾਲ ਨਿਕਲਦਾ ਉਹਦੀ ਹੈ। ਥੀਸ ਆਰ ਟੂ ਸੈਪਰੇਟ ਇਸ਼ੂ। ਅੱਜ ਜਦੋਂ 100 ਤੁਸੀਂ 22 ਕਹਿ ਰਹੇ ਆ, 25 ਜਿਹੜੇ ਲੋਕ ਅੱਜ ਜਿਨ੍ਹਾਂ ਦੀ ਜਾਨਾਂ ਜਾਂਦੀਆਂ ਨੇ ਉਹਨਾਂ ਦੀ ਲਾਸ਼ਾਂ ਪਈਆਂ। ਅੱਜ ਅਸੀਂ ਦੂਜੀ ਇਨਕੁਆਇਰੀ ਖੋਲ ਕੇ ਬਹਿ ਜਾਈਏ, ਦਿਸ ਇਜ਼ ਅ ਆਨਗੋਇੰਗ ਇਸ਼ੂ ਵਿਦ ਡਿਸਟਿਲਰੀਜ਼ ਦੇ। ਮੈਂ ਉਸ ਪਹਿਲੇ ਜਿਹੜੇ ਤੁਸੀਂ ਐਕਸਾਈਜ਼ ਘਾਟੇ ਦਾ ਗੱਲ ਕੀਤੀ ਸੀ, ਮੈਂ ਉਸ ਚੀਜ਼ ਦਾ ਨਹੀਂ, ਮੈਂ ਇਸੇ ਚੀਜ਼ ਦਾ ਜ਼ਿਕਰ ਕਰ ਰਿਹਾ ਕਿਉਂਕਿ ਇਹਦੇ ਵਿੱਚੋਂ ਕਈ ਸਾਰੇ ਗੱਲਾਂ ਇਹ ਵੀ ਨਿਕਲ ਕੇ ਆ ਰਹੀਆਂ ਨੇ ਕਿ ਲੋਕਡਾਊਨ ਦੇ ਦੌਰਾਨ ਡਿਸਟਿਲਰੀਜ਼ ਨੂੰ ਸਪਲਾਈ ਹੋਣ ਵਾਲਾ ਜਿਹੜਾ ਉਹ ਮੈਥਨੋਲ ਸੀਗਾ ਜਾਂ ਸਪਿਰਿਟ ਸੀਗੀ, ਉਹ ਵੀ ਬਾਹਰ ਉਹਦੀ ਬਲੈਕ ਮਾਰਕੀਟਿੰਗ ਹੋਈ ਹੈਗੀ ਹੈ। ਇਹ ਸਾਰਾ ਚੱਕਰ ਹੀ ਇਸ ਕਰਕੇ ਹੋਇਆ ਕਿ ਜਿਹੜੇ ਉਹ ਸਪਿਰਿਟ ਦੀ ਜਾਂ ਦੂਸਰੇ ਜਿਹੜੇ ਕੈਮੀਕਲ ਸੀਗੇ ਉਹਨਾਂ ਦੀ ਬਲੈਕ ਮਾਰਕੀਟਿੰਗ ਹੋ ਰਹੀ ਹੈ, ਉਹਨਾਂ ਦੀ ਕੋਈ ਰੈਗੂਲੇਸ਼ਨ ਨਹੀਂ ਹੈਗੀ। ਆਪਾਂ ਫਿਰ ਸਾਰੀ ਜਦੋਂ ਤੁਸੀਂ ਇੱਕ ਪਾਸੇ ਕਹਿ ਰਹੇ ਇਨਕੁਆਇਰੀ ਚਾਲੂ ਹੋਈ ਹੈ, ਜੇ ਇਨਕੁਆਇਰੀ ਚਾਲੂ ਹੋਈ ਹੈ, ਹਾਊ ਕੈਨ ਵੀ ਸੇ, ਮੈਂ ਤਾਂ ਪਹਿਲਾਂ ਹੀ ਕਿਹਾ ਮੈਂ ਕਿਸੇ ਨੂੰ ਨਾ ਤਾਂ ਕਲੀਨ ਚੀਟ ਦੇ ਰਿਹਾ, ਨਾ ਮੇਰੇ ਵਾਲੇ ਨੂੰ ਦੇ ਰਿਹਾ, ਨਾ ਮੈਂ ਉਹਨਾਂ ਤੇ ਇਲਜ਼ਾਮ ਲਗਾ ਰਿਹਾ। ਨਹੀਂ, ਮੇਰੇ ਫॉर ਮੀ ਇਜ਼ ਵੈਰੀ ਸਿੰਪਲ, ਕਿਉਂਕਿ ਜਿੱਥੇ ਸਾਡੇ ਵਾਲੇ ਤੇ ਇਲਜ਼ਾਮ ਲੱਗਦੇ ਆ ਇੱਕ ਪਾਰਟਿਕੂਲਰ ਹਲਕੇ 'ਚ, ਉੱਥੇ ਇਹਨਾਂ ਦੇ ਜਿਹੜੇ ਮਾਰਥੀ ਬੈਠੇ ਆ, ਜਿਹੜੇ ਹਾਰੇ ਬੈਠੇ ਆ, ਉਹਨਾਂ ਦਾ ਤਾਂ ਨਾਮ ਹੀ ਬੜਾ ਹੈ। ਉਹਨਾਂ ਦਾ ਨਾਮ ਲੈਣ ਦੇ ਬਾਅਦ ਕੋਈ ਅੱਗੇ ਕਥਾ ਬੋਲਣ ਦੀ ਲੋੜ ਨਹੀਂ ਹੈ। ਕੁਡ ਹੈਵ ਸੇਡ ਵੀ ਉਹਨਾਂ ਦਾ ਵੀ ਇਹਦੇ ਵਿੱਚ ਰੋਲ ਹੋਊਗਾ। ਪਰ ਕੀ ਡਿਸਟਿਲਰੀਜ਼ ਚੈੱਕ ਹੋਣਗੀਆਂ? ਦੇਖੋ, ਇਹਦੇ ਵਿੱਚ ਜਿਹੜੀ ਜੁੜਿਆ ਮਸਲਾ ਹੈ, ਇਟ ਇਜ਼ ਨਾਟ ਫॉर ਅਲਕੋਹਲ ਪਾਲਿਸੀ ਹੈ ਜਿਹੜੀ ਸਾਡੀ ਲੀਗਲ ਪਾਲਿਸੀ ਦੇ ਨਾਲ ਇਸ ਘਟਨਾਕ੍ਰਮ ਦੇ ਨਾਲ ਜੁੜਿਆ ਅਗਰ ਕੋਈ ਵੀ ਹੈ, ਚਾਹੇ ਉਹ ਡਿਸਟਿਲਰੀਜ਼ ਹੈ, ਚਾਹੇ ਉਹ ਕੋਈ ਦਿੱਲੀੋਂ ਸਪਲਾਇਰ ਹੈ। ਇਨਫੈਕਟ ਕੈਪਟਨ ਸਾਹਿਬ ਨੇ ਅੱਜ ਜਿਹੜੇ ਕਹੇ ਆ ਵੀ ਵੀ ਵਿਲ ਇਨਸ਼ੋਰ ਵੀ ਆ ਜਿਹੜਾ ਥਿਨਰ ਹੈ ਜੋ ਇਸਤੇਮਾਲ ਹੋਇਆ ਹੈ ਵੀ ਇਟ ਇਜ਼ ਨਾਟ ਰੈਡੀਲੀ ਅਵੇਲੇਬਲ। ਇਹਨੂੰ ਅਸੀਂ ਰਿਸਟ੍ਰਿਕਟਡ ਆਈਟਮ ਕਰ ਦੇਂਗੇ, ਜਿਸ ਤਰ੍ਹਾਂ ਸੁਪਰੀਮ ਕੋਰਟ ਨੇ ਪਹਿਲਾਂ ਐਸਿਡ ਜਿਹੜੇ ਬੱਚਿਆਂ ਦੇ ਮੂੰਹ 'ਤੇ ਸਿੱਟ ਦਿੰਦੇ ਸੀ, ਉਹਨਾਂ ਨੇ ਕਿਹਾ ਸੀ ਵੀ ਦਿਸ ਵਿਲ ਬੀ ਸੋਲਡ ਅੰਡਰ ਲਾਇਸੈਂਸ। ਉਸੇ ਤਰ੍ਹਾਂ ਇਹਦਾ ਵੀ ਕਰ ਦੇਂਗੇ। ਬਟ ਅਗਰ ਕੋਈ ਡਿਸਟਿਲਰੀ ਜਾਂ ਕਿਸੇ ਦਾ ਵੀ ਇਹਦੇ ਵਿੱਚ ਆਂਦਾ ਹੀ ਵਿਲ ਨਾਟ ਬੀ ਸਪੇਅਰਡ। ਬਿਲਕੁਲ। ਤੇ ਬਹੁਤ ਬਹੁਤ ਸ਼ੁਕਰੀਆ ਜਾਖੜ ਸਾਹਿਬ, ਸਾਡੇ ਨਾਲ ਗੱਲਬਾਤ ਕਰਨ ਦੇ ਲਈ, ਟਾਈਮ ਦੇਣ ਲਈ। ਉਮੀਦ ਕਰ ਰਹੇ ਕਿ ਜਿਹੜੀਆਂ ਇਲਜ਼ਾਮ ਲੱਗ ਰਹੇ ਨੇ ਕਿ ਫੇਅਰ ਇਨਕੁਆਇਰੀ ਨਹੀਂ ਹੋਏਗੀ, ਉਸ ਤੋਂ ਬਚ ਪਾਓ ਔਰ ਇਹ ਸਾਬਿਤ ਕਰ ਪਾਓ ਕਿ ਫੇਅਰ ਇਨਕੁਆਇਰੀ ਹੋਈ ਹੈ। ਲਿਹਾਜ਼ਾ ਪ੍ਰਤਾਪ ਬਾਜਵਾ ਹੋਣਾ ਨੂੰ ਕਦੋਂ ਤੁਸੀਂ ਲੈ ਕੇ ਜਾਓਗੇ ਜਾਂ ਨਹੀਂ ਜਾਓਗੇ, ਇਹ ਵੀ ਜ਼ਰੂਰ ਦੇਖਾਂਗੇ, ਕਿਉਂਕਿ ਉਹ ਬੜਕ ਮਾਰ ਕੇ ਗਏ ਨੇ ਕਿ ਸੁਨੀਲ ਜਾਖੜ ਮੇਰੇ ਨਾਲ ਚੱਲਣ, ਔਰ ਅਸੀਂ ਦੇਖ ਲਵਾਂਗੇ। ਔਰ ਆਖਰੀ ਦੇ ਵਿੱਚ ਜਾਂਦੇ ਜਾਂਦੇ ਇਹ ਦੱਸ ਦਿਓ ਕਿ ਉਮੀਦ ਕੀ ਹੈਗੀ ਹੈ ਤੁਹਾਨੂੰ, ਕਦੋਂ ਤੱਕ ਜਿਹੜੀ ਤੁਸੀਂ ਰਿਪੋਰਟ ਭੇਜੀ ਹੈ ਉਸ 'ਤੇ ਕੀ ਐਕਸ਼ਨ ਟੇਕਨ, ਰਿਪੋਰਟ ਕਦੋਂ ਤੱਕ ਆ ਰਹੀ ਹੈ? ਮੈਂ ਕਿਸੇ ਉਹਨਾਂ ਦੇ ਅਧਿਕਾਰ ਖੇਤਰ ਦੇ ਅੰਦਰ ਮੈਂ ਕੋਈ ਨਾ ਕੋਈ ਬੜਕ ਮਾਰਦਾ ਕਿ ਮੈਂ ਸਵੇਰੇ ਚੱਕ ਕੇ ਬਾਹਰ ਮਾਰੂੰਗਾ। ਮੈਂ ਆਪਣਾ ਫਰਜ਼ ਜਿਹੜਾ ਸੀਗਾ ਨਿਭਾਤਾ। ਉਹ ਅੱਲਾਹ ਦੀ ਦੁਨੀਆ ਨੂੰ ਬਖਸ਼ਣ, ਮਾਫ ਕਰਨ, ਉੱਥੇ ਜਾ ਕੇ ਗੀਤ ਗਾਇਆ, ਮੈਨੂੰ ਇੱਕ ਵਾਰੀ ਬਖਸ਼ੋ ਜੀ, ਮੈਂ ਗਲਤੀ ਹੋ ਗਈ ਜੀ, ਮਾਫ ਕਰੋ ਜੀ, ਕੁਛ ਕਰਿਆ ਵੇ, ਉਹਨਾਂ ਦਾ ਅਧਿਕਾਰ ਖੇਤਰ ਹੈ। ਇਹਨੂੰ ਮਾਰਨ, ਬਖਸ਼ਣ, ਜੋ ਵੀ ਹੈ। ਮੈਂ ਖਤਮ ਕਰਨ ਲੱਗਾ ਸੀ, ਜਾਂਦੇ ਜਾਂਦੇ ਇੱਕ ਛੋਟਾ ਜਿਹਾ ਸਵਾਲ ਯਾਦ ਆ ਗਿਆ। ਕਾਂਗਰਸ ਦੇ ਵਿੱਚ ਇਹ ਮੰਨਿਆ ਜਾਂਦਾ ਹੈਗਾ ਕਿ ਕਾਂਗਰਸ ਦਾ ਇੱਕ ਕਲਚਰ ਹੈਗਾ ਜਿਹਦੇ ਵਿੱਚ ਹਮੇਸ਼ਾ ਕੁਝ ਲੌਬੀਜ਼ ਬਣੀਆਂ ਰਹਿੰਦੀਆਂ ਨੇ, ਹੈ ਨਾ, ਅਤੇ ਉਸ ਨੂੰ ਲੈ ਕੇ ਕੁਝ ਪੋਲੀਟੀਕਲ ਪੰਡਿਤ ਇਹ ਵੀ ਇਹਨੂੰ ਪ੍ਰਿਡਿਕਟ ਕਰ ਰਹੇ ਕਿ ਹੋ ਸਕਦਾ ਕਿ ਇਹ ਲੌਬਿੰਗ ਇਸੇ ਤਰ੍ਹਾਂ ਹੀ ਖੜੀਆਂ ਰਹਿਣ। ਇਹ ਕਾਂਗਰਸ ਦੇ ਇਤਿਹਾਸ ਨਾਲ ਜੁੜੀਆਂ ਹੋਈਆਂ ਚੀਜ਼ਾਂ ਹੈਗੀਆਂ ਨੇ। ਕਾਂਗਰਸ ਸੱਤਾ 'ਚ ਹੋਵੇ, ਵਿਰੋਧ 'ਚ ਹੋਵੇ, ਉਹਦੀਆਂ ਲੌਬੀਜ਼ ਖੜੀਆਂ ਰਹਿੰਦੀਆਂ ਨੇ। ਅਤੇ ਤੁਹਾਨੂੰ ਲੱਗਦਾ ਕਿ ਹੋ ਸਕਦਾ ਵੀ ਇਹ ਸ਼ਿਕਾਇਤ ਕਿਤੇ ਤੁਹਾਡੇ ਠੰਡੇ ਬਸਤੇ 'ਚ ਪੈ ਜਾਏ? ਕਿਸੇ ਕਮੈਂਟ ਨਹੀਂ, ਮੈਂ ਦੇਖੋ ਉਹਨਾਂ ਦੇ ਕਾਰ ਖੇਤਰ ਹੈ, ਠੰਡੇ 'ਚ ਪਾਉਣ, ਗਰਮ 'ਚ ਪਾਉਣ, ਉਹਨਾਂ ਦਾ ਦੈਟ ਇਜ਼ ਦੇਅਰ। ਮੈਂ
ਮੇਰੇ 'ਚ ਇੱਕ ਕਮੀ ਸਮਝ ਲਓ, ਮੈਂ ਜਿੱਥੇ ਖੜਾ ਉੱਥੇ ਖੜਾ। ਜੀ I have not wavered from my point of view. ਜਿਹੜੀ ਗੱਲ ਮੈਂ ਕਹਿਣੀ ਹੈ ਮੈਂ ਕਹਿ ਦਿੰਦਾ, I am ready to bear the consequences. ਹਰੇਕ ਬੰਦਾ ਨਾ ਕਹਿ ਦਿੰਦਾ ਪਰ ਉਹਦਾ ਪਾਸੇ ਹੋ ਜਾਂਦਾ ਜੀ। ਮੈਂ am willing to shoulder। ਮੈਨੂੰ ਕਿਸੇ ਨੇ ਕਿਹਾ ਸੀ ਤੁਸੀਂ ਉੱਤੇ ਪੁੱਛ ਲਿਆ ਕਿ ਜੀ ਹੇਠਾਂ ਗੱਲ ਕਰ ਲਈ, ਮੈਂ ਕਿਹਾ ਮੈਂ ਕਿਸੇ ਨੂੰ ਨਹੀਂ ਪੁੱਛਿਆ, ਮੈਂ ਉਹ ਕੀਤਾ ਜਿਹੜਾ ਮੈਂ ਠੀਕ ਸਮਝਦਾ। ਮੈਨੂੰ ਰਾਹੁਲ ਗਾਂਧੀ ਨੇ ਜਦੋਂ ਬਣਾਇਆ ਸੀ ਕਾਂਗਰਸ ਪ੍ਰਧਾਨ, ਮੈਂ ਕਿਹਾ ਸੀ ਐਨੀ ਡਾਇਰੈਕਸ਼ਨਸ, ਉਹਨੇ ਕਹਿੰਦਾ ਯੂ ਥਿੰਕ ਯੂ ਡੂ what you think is right। ਉਹਨਾਂ ਦਾ ਇੱਕੋ ਹੀ ਸੀਗਾ, but please Sunil ensure that when you step down from here, you leave me a large chunk of young faces, young Sunils from where to choose from। ਵੀ ਮੇਰੇ ਕੋਲ ਇੰਨੇ ਲੀਡਰਸ਼ਿਪ ਯੰਗ ਅਵੇਲੇਬਲ ਹੋਵੇ ਜਿਨ੍ਹਾਂ ਚੋਂ ਮੈਂ ਅਗਲਾ ਪ੍ਰਧਾਨ ਚੁਣ ਸਕਾਂ। ਦੈਟ ਇਜ਼ ਆਲ। ਮੈਨੂੰ ਜਿਹੜੀ ਡਾਇਰੈਕਸ਼ਨਸ ਹੈ ਮੈਂ ਉਹਦੇ ਹਿਸਾਬ ਨਾਲ ਕੰਮ ਕਰ ਰਿਹਾ। ਮੇਰਾ ਤਾਂ ਧੜਾ, ਮੇਰਾ ਅਫੈਕਸ਼ਨ, ਮੇਰਾ ਇਖਲਾਕ ਹੈ, ਮੇਰੀ ਸੋਚ ਹੈ। ਆਈ ਕੁਡ ਬੀ ਰੋਂਗ ਬਟ ਆਈ ਐਮ ਵਿਲਿੰਗ ਟੂ bear the consequences। ਬਿਲਕੁਲ, ਬਹੁਤ ਬਹੁਤ ਧੰਨਵਾਦ ਜਾਖੜ ਸਾਹਿਬ। ਸੋ ਇਹ ਸਨ ਸੁਨੀਲ ਜਾਖੜ ਜਿਹੜੇ ਦਾਅਵਾ ਕਰ ਰਹੇ ਨੇ ਕਿ ਸ਼ਿਕਾਇਤ ਉਹਨਾਂ ਨੇ ਕਰ ਦਿੱਤੀ ਹੈ, ਪਰ ਉਸ ਤੋਂ ਬਾਅਦ ਕਾਰਵਾਈ ਕੀ ਹੋਏਗੀ, ਪੋਜ਼ਿਟਿਵ ਨੈਗੇਟਿਵ, ਪਰ ਉਹ ਆਪਦੇ ਸਟੈਂਡ ਦੇ ਉੱਤੇ ਕਾਇਮ ਰਹਿਣਗੇ। ਫਿਲਹਾਲ ਇਸ ਗੱਲਬਾਤ ਦੇ ਵਿੱਚ ਸਾਨੂੰ ਦਿਓ ਇਜਾਜ਼ਤ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਦੇ ਲਈ ਬਣੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ। ਧੰਨਵਾਦ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਜ਼।